ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਿੱਖ ਅਨਗਨ ਸਮੁਦਾਇ ਹੋਵੈ, ਕਰਤ ਸੁਧਾ ਸਰਕਾਰ। ਪੱਕੇ ਪਜਾਵੇ ਈਂਟ ਕਾ, ਆਨ ਤਾਲ ਪਰ ਡਾਰ। ਸਿੱਖ ਅਨਗਨ ਸਮੁਦਾਇ ਹੋਵੈ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ, ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸਾਹਿਬ ਜੀ ਨੇ ਆਪਾਂ ਸਾਰਿਆਂ ਤੇ ਕਿਰਪਾ ਕੀਤੀ ਹੈ। ਆਪਾਂ ਨੂੰ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣ ਦਾ ਗੁਰੂ ਜੀ ਨੇ ਆਪ ਕਿਰਪਾ ਕਰਕੇ ਮੌਕਾ ਬਖਸ਼ਿਸ਼ ਕੀਤਾ ਹੈ, ਦਇਆ ਕੀਤੀ ਹੈ, ਮਿਹਰ ਕੀਤੀ ਹੈ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਸਾਧ ਸੰਗਤ ਜੀ ਆਪਾਂ ਹਰ ਰੋਜ਼ ਹੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਾਂ। ਲੜੀਵਾਰ ਕਥਾ ਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹਾਂ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰ ਰਹੇ ਹਨ। ਦੀਨ ਦੁਨੀਆ ਨੂੰ ਤਾਰਦਿਆਂ ਤਾਰਦਿਆਂ ਹਰਿਮੰਦਰ ਸਾਹਿਬ ਜੀ ਦੀ ਮਹਾਨ ਧਰਤੀ ਤੇ ਬ੍ਰਾਹਮਣ ਗੰਗਾ ਰਾਮ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਇਆ ਜੀ। ਗੰਗਾ ਰਾਮ ਜੀ ਆਏ ਤੇ ਵਪਾਰ ਕਰਨ ਸਨ, ਪਰ ਜਦੋਂ ਉਹਨਾਂ ਨੇ ਮਹਾਰਾਜ ਗਰੀਬ ਨਵਾਜ ਜੀ ਦੇ ਦਰ ਘਰ ਦੇ ਕੀਤੇ ਦਰਸ਼ਨ, ਜੋ ਵਪਾਰ ਕਰਨ ਆਏ ਉਹ ਸਾਰਾ ਕੁਝ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਜੀ। ਆਪ ਜੀ ਨੇ ਸੁਣਿਆ ਗੰਗਾ ਰਾਮ ਜੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ। ਗੰਗਾ ਰਾਮ ਜੀ ਨੂੰ ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ ਕੇ ਗੁਰੂ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਜੀ। ਕੁਝ ਸਮਾਂ ਸੇਵਾ ਕਰਵਾਈ ਜੀ। ਸੇਵਾ ਕਰਵਾ ਕੇ ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਗੰਗਾ ਰਾਮ ਜੀ ਨੂੰ ਨਾਮ ਦੀ ਦਾਤ ਵੀ ਬਖਸ਼ ਦਿੱਤੀ ਜੀ। ਫਿਰ ਗੰਗਾ ਰਾਮ ਜੀ ਨੂੰ ਕਿਹਾ, ਗੰਗਾ ਰਾਮ ਹੁਣ ਆਪਣੇ ਨਗਰ ਤੋਂ ਬਠਿੰਡੇ ਵਿੱਚ ਜਾ। ਗੰਗਾ ਰਾਮ ਜੀ ਬਠਿੰਡੇ ਵਿੱਚ ਬਾਰ-ਬਾਰ ਆ ਕੇ ਬੈਠ ਗਏ। ਲਿਖ ਕੇ ਲਾ ਦਿੱਤਾ, ਅੱਜ ਤੋਂ ਬਾਅਦ ਮੈਂ ਪ੍ਰੋਹਤਗਿਰੀ ਕਰਨੀ ਛੱਡ ਦਿੱਤੀ ਹੈ।
ਆਪਣੇ ਬੱਚਿਆਂ ਨੂੰ ਵੀ ਨਾਮ ਜਪਵਾਇਆ ਤੇ ਆਪ ਵੀ ਨਾਮ ਜਪਿਆ। ਗੰਗਾ ਰਾਮ ਜੀ ਦੇ ਅੰਦਰ ਨਾਮ ਦੇ ਪ੍ਰਤਾਪ ਨਾਲ ਇੰਨੀ ਸ਼ਕਤੀ ਤਾਕਤ ਆ ਗਈ, ਜਿਹੜਾ ਗੰਗਾ ਰਾਮ ਜੀ ਦੇ ਦਰਸ਼ਨ ਕਰਦਾ ਸੀ ਉਹ ਧੰਨ ਧੰਨ ਹੋ ਜਾਂਦਾ ਸੀਗਾ ਜੀ। ਗੰਗਾ ਰਾਮ ਜੀ ਨੇ ਆਪ ਤੇ ਖੂਬ ਪਰਮੇਸ਼ਰ ਦਾ ਨਾਮ ਜਪ ਕੇ ਲਾਭ ਪ੍ਰਾਪਤ ਕੀਤਾ। ਜਿਨ੍ਹਾਂ ਨੇ ਗੰਗਾ ਰਾਮ ਜੀ ਦੇ ਦਰਸ਼ਨ ਕੀਤੇ, ਸੇਵਾ ਕੀਤੀ, ਉਹਨਾਂ ਨੂੰ ਵੀ ਵੱਡਾ ਲਾਭ ਪ੍ਰਾਪਤ ਹੋਇਆ ਜੀ। ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਵਿੱਚੋਂ ਇੱਕ ਦੇ ਬਾਰੇ ਕੱਲ ਆਪਾਂ ਨੂੰ ਦੱਸਿਆ ਸੀਗਾ। ਦੋ ਭਰਾ ਨੇ, ਬਿਧੀ ਚੰਦ ਤੇ ਸਿੱਧੀ ਚੰਦ। ਦੋਵੇਂ ਬੜੇ ਅਮੀਰ ਨੇ। ਸਿੱਧੀ ਚੰਦ ਨੇ ਸਭ ਕੁਝ ਛੱਡ ਕੇ ਆਪਣਾ ਮਨ ਗੰਗਾ ਰਾਮ ਜੀ ਦੀ ਸੇਵਾ ਵਿੱਚ ਲਾਇਆ ਜੀ। ਗੰਗਾ ਰਾਮ ਜੀ ਕੁਝ ਸਮੇਂ ਬਾਅਦ ਸਿੱਧੀ ਚੰਦ ਜੀ ਦੀ ਸੇਵਾ ਤੇ ਖੁਸ਼ ਹੋ ਪਏ। ਕਹਿਣ ਲੱਗੇ, ਪਿਆਰਿਆ ਕੁਝ ਮੰਗ, ਗੁਰੂ ਘਰੋਂ ਸਭ ਕੁਝ ਮਿਲਦਾ ਹੈ। ਸਿੱਧੀ ਚੰਦ ਨੇ ਸੰਤਾਨ ਦੀ ਦਾਤ ਮੰਗੀ। ਕਹਿੰਦੇ ਇਹੋ ਜਿਹਾ ਪੁੱਤਰ ਪੈਦਾ ਹੋਏਗਾ ਜਿਹੜਾ ਜਨਮ ਤੋਂ ਹੀ ਸਿੱਧ ਹੋਏਗਾ ਜੀ। ਔਰ ਇਸੇ ਤਰ੍ਹਾਂ ਹੋਇਆ। ਜਦੋਂ ਸਿੱਧੀ ਚੰਦ ਦੇ ਘਰ ਪੁੱਤਰ ਪੈਦਾ ਹੋਇਆ, ਜੰਮਦੇ ਦੀ ਚਿੱਟੇ ਰੰਗ ਦੇ ਵਾਲਾਂ ਦੀ ਚੋਟੀ ਨਿਕਲੀ ਹੋਈ ਸੀ, 1.25 ਗਿੱਠ ਲੰਬੀ ਜੀ। ਸੋ ਆਪ ਜੀ ਨੇ ਪ੍ਰਸੰਗ ਕੱਲ ਸਰਵਣ ਕਰ ਲਿਆ ਸੀਗਾ। ਜਦੋਂ ਬਾਲਕ ਦਾ ਜਨਮ ਹੋਇਆ ਤੇ ਸਿੱਧੀ ਚੰਦ ਜੀ ਗੰਗਾ ਰਾਮ ਜੀ ਦੇ ਕੋਲ ਆਏ। ਗੰਗਾ ਰਾਮ ਜੀ ਨੂੰ ਕਹਿੰਦੇ, ਮਹਾਂਪੁਰਖੋ ਬਾਲਕ ਦਾ ਨਾਮ ਵੀ ਰੱਖ ਦਿਓ। ਤੇ ਉਸ ਬਾਲਕ ਦਾ ਨਾਮ ਫਿਰ ਮੂਲ ਚੰਦ ਰੱਖਿਆ ਗਿਆ ਜੀ। ਸੋ ਮੂਲ ਚੰਦ ਉਸ ਬਾਲਕ ਦਾ ਨਾਮ ਪਿਆ। ਸੁਨਾਮ ਨਗਰ ਦੇ ਵਿੱਚ ਉਹਦਾ ਘਰ ਬਣਿਆ ਜੀ। ਉੱਥੇ ਫਿਰ ਮੂਲ ਚੰਦ ਦੀ ਖੂਬ ਪੂਜਾ ਪ੍ਰਤਿਸ਼ਠਾ ਹੋਈ। ਇਹ ਕਥਾ ਆਪ ਜੀ ਨੇ ਕੱਲ ਦੇ ਦਿਹਾੜੇ ਸਰਵਣ ਕੀਤੀ ਸੀਗੀ। ਹੁਣ ਸੰਗਤ ਜੀ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਬੜੇ ਹੀ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸਿੱਖ ਅਨਗਨ ਸਮੁਦਾਇ ਹੋਵੇ, ਕਰਤ ਸੁਧਾ ਸਰਕਾਰ। ਅਣਗਿਣਤ ਸਿੱਖ ਇਕੱਠੇ ਹੋ ਕੇ ਜੀ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਕੁ ਸਿੱਖ ਨੇ। ਅਣਗਿਣਤ ਸਿੱਖ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਕਰ ਰਹੇ ਹਨ ਜੀ। ਜਿਵੇਂ ਦਿੱਲੀ ਅਣਗਿਣਤ ਹੀ ਲੋਕ ਇਕੱਠੇ ਹੋਏ ਨੇ ਨਾ, ਇਸੇ ਤਰ੍ਹਾਂ ਸਰੋਵਰ ਦੀ ਸੇਵਾ 'ਚ ਅਣਗਿਣਤ ਹੀ ਲੋਕ ਇਕੱਠੇ ਹੋਏ ਜੀ। ਹਾਂਜੀ। ਪੱਕੇ ਪਜਾਵੇ ਈਂਟ ਕਾ, ਆਨ ਤਾਲ ਪਰ ਡਾਰ। ਉਧਰੋਂ ਆਵੇ ਪੱਕੇ ਨਿਕਲੇ ਜੀ। ਇੱਟਾਂ ਖੂਬ ਲਾਲ ਹੋਈਆਂ, ਪੱਕੀਆਂ ਇੱਟਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਆਵੇ ਵਿੱਚੋਂ ਨਿਕਲੀਆਂ ਜੀ। ਤੇ ਉਹਨਾਂ ਇੱਟਾਂ ਨੂੰ ਲਿਆ ਕੇ ਸਰੋਵਰ ਦੇ ਲਾਗੇ ਲਾਗੇ ਰੱਖ ਦਿੱਤਾ ਗਿਆ ਜੀ। ਹਾਂਜੀ। ਚੌਪਈ ਪਾਕੀ ਚਿਨਬੇ ਲੱਗੇ ਸੁਪਾਨ। ਹਜੂਰ ਮਹਾਰਾਜ ਗਰੀਬ ਨਵਾਜ ਜੀ ਨੇ ਫੁਰਨਾ ਬਣਾਇਆ ਕਿ ਹੁਣ ਫਿਰ ਸਰੋਵਰ ਦੇ ਵਿੱਚ ਪੌੜੀਆਂ ਬਣਾਈਆਂ ਜਾਣ ਜੀ। ਕਿਉਂ ਸੰਗਤਾਂ ਨੇ ਇਸ਼ਨਾਨ ਕਰਨਾ ਜੀ, ਪੌੜੀਆਂ ਤੇ ਚਾਹੀਦੀਆਂ ਜੀ। ਹਾਂਜੀ। ਸੌਂਪੀ ਕਾਰ ਮਸੰਦਨ ਮਾਨ। ਪੌੜੀਆਂ ਬਣਾਉਣ ਦੀ ਜਿਹੜੀ ਸੇਵਾ ਸੀ ਨਾ, ਜ਼ਿੰਮੇਵਾਰੀ, ਉਹ ਮਹਾਰਾਜ ਨੇ ਮਸੰਦਾਂ ਨੂੰ ਦੇ ਦਿੱਤੀ ਜੀ। ਗੁਰੂ ਘਰ ਦੇ ਜ਼ਿੰਮੇਵਾਰ ਜਿਹੜੇ ਸਿੱਖ ਸਨ ਉਹਨਾਂ ਨੂੰ ਦੇ ਦਿੱਤੀ। ਜੋ ਧਨ ਦੇਸ ਬਦੇਸਨ ਆਵੈ। ਕਿਉਂ? ਜਿੰਨੀ ਦੇਸ਼ਾਂ ਤੋਂ, ਇਸ ਦੇਸ਼ ਤੋਂ, ਵਿਦੇਸ਼ਾਂ ਤੋਂ ਜਿੰਨੀ ਵੀ ਮਾਇਆ ਆਉਂਦੀ ਸੀ ਨਾ ਜੀ ਗੁਰੂ ਘਰ ਦੀ ਸੇਵਾ ਵਾਸਤੇ। ਹਾਂਜੀ। ਆਦ ਵਿਸਾਖੀ ਜਿਤਕ ਚੜਾਵੇ। ਜਾਂ ਫਿਰ ਵਿਸਾਖੀ ਦਾ ਤੇ ਦੀਵਾਲੀ ਦਾ ਜਿਹੜਾ ਜ਼ਿਆਦਾ ਚੜਾਵਾ ਹੁੰਦਾ ਸੀਗਾ ਜੀ। ਹਾਂਜੀ। ਸਰਬ ਮਸੰਦ ਸੰਭਾਰਨ ਕਰੈ। ਉਹ ਸਾਰਾ ਫਿਰ ਮਹਾਰਾਜ ਜੀ ਨੇ ਗੁਰੂ ਘਰ ਦੇ ਜ਼ਿੰਮੇਵਾਰ ਸਿੱਖਾਂ ਨੂੰ, ਮਸੰਦਾਂ ਨੂੰ ਦੇ ਦਿੱਤਾ ਜੀ। ਲਓ ਭਾਈ, ਮਾਇਆ ਤੁਸਾਂ ਸਾਂਭਣੀ ਹੈ ਸਾਰੀ। ਹਾਂਜੀ।
ਖਰਚਹਿ ਜਹਾਂ ਕਾਜ ਬਨ ਪਰ। ਜਿੱਥੇ ਲੋੜ ਪੈਂਦੀ ਹੈ ਉੱਥੇ ਇਹ ਮਾਇਆ ਤੁਸਾਂ ਨੇ ਖਰਚਣੀ ਗੁਰੂ ਘਰ ਦੇ ਕਾਰਜਾਂ ਵਾਸਤੇ। ਹਾਂਜੀ। ਸਭ ਸੰਗਤ ਕੇ ਸਦਨ ਸਿਧਾਰੈ। ਮਸੰਦ ਸੰਗਤਾਂ ਦੇ ਘਰਾਂ ਦੇ ਵਿੱਚ ਵੀ ਜਾਂਦੇ ਆ ਜੀ। ਥਾਂ ਪਰ ਥਾਂ ਪ੍ਰੇਮੀ ਸਿੱਖਾਂ ਦੇ ਘਰਾਂ ਦੇ ਵਿੱਚ ਜਾਣਾ ਜੀ ਉਹਨਾਂ ਨੇ। ਲੈ ਗੁਰ ਕਾਰ ਆਨ ਬੋ ਧਾਰੈ। ਤੇ ਫਿਰ ਸਾਧ ਸੰਗਤ ਜੀ ਉੱਥੋਂ ਗੁਰੂ ਘਰ ਵਾਸਤੇ ਮਾਇਆ ਉਗਰਾ ਕੇ ਲੈ ਕੇ ਆਉਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਮਸੰਦਾਂ ਦੀ ਇਹ ਜ਼ਿੰਮੇਵਾਰੀ ਸੀ, ਮਸੰਦਾਂ ਦੀ ਸੇਵਾ ਸੀਗੀ ਜੀ ਇਹ ਜੀ। ਹਾਂਜੀ। ਕਾਰੀਗਰ ਆਦਿਕ ਸਮੁਦਾਏ। ਹੁਣ ਉਹ ਮਹਾਰਾਜ ਜੀ ਨੇ ਕਿਹਾ ਕਾਰੀਗਰ ਸੱਦੇ ਵੀ ਪੌੜੀਆਂ ਬਣਾਓ ਭਾਈ। ਹਾਂਜੀ। ਚੇਤਾ ਰੱਖਿਓ ਜਦੋਂ ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਚਰਨ ਰੱਖਦੀਆਂ ਨਾ ਸੰਗਤਾਂ, ਤੁਸੀਂ ਸਾਰੇ ਜਾ ਕੇ ਸ਼ੁਕਰ ਕਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਵਾਈਆਂ ਨੇ ਉਹ ਜੀ। ਕਿੰਨੇ ਭਾਗਾਂ ਵਾਲੇ ਆ ਅਸੀਂ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਰੇ ਕਾਰੀਗਰ ਸੱਦੇ ਜੀ। ਹਾਂਜੀ। ਜਹਾਂ ਖਰਚ ਦੇਨੋ ਬਨ ਜਾਏ। ਹਾਂਜੀ। ਸਰਬ ਥਾਨ ਸੋ ਦੇਬੋ ਕਰੈ। ਦੇਗ ਆਦਮਹਿ ਖਰਚ ਵਿਚਰੈ। ਗੁਰੂ ਸਾਹਿਬ ਨੇ ਮਸੰਦਾਂ ਦੀ ਜ਼ਿੰਮੇਵਾਰੀ ਲਾ ਦਿੱਤੀ। ਕਿਉਂ ਸੰਗਤਾਂ ਬਹੁਤ ਆਉਂਦੀਆਂ ਸਨ, ਦਰਸ਼ਨ ਕਰਨ ਵਾਲੇ ਪ੍ਰੇਮੀਆਂ ਨੇ ਆਉਣਾ। ਸਾਰੇ ਕਾਰਜ ਇੱਕ ਸਰੀਰ ਵਾਸਤੇ ਕਰਨੇ ਸੌਖੇ ਨਹੀਂ ਹੁੰਦੇ। ਭਾਵੇਂ ਗੁਰੂ ਸਾਹਿਬ ਵਾਸਤੇ ਕੁਝ ਵੀ ਨਹੀਂ ਔਖਾ ਜੀ, ਪਰ ਫਿਰ ਵੀ ਮਹਾਰਾਜ ਨੇ ਇਹ ਜ਼ਿੰਮੇਵਾਰੀ ਮਸੰਦਾਂ ਨੂੰ ਦੇ ਦਿੱਤੀ ਜੀ। ਮਾਇਆ ਵੀ ਸਾਂਭਣੀ ਹੈ, ਕਾਰੀਗਰਾਂ ਨੂੰ ਮਾਇਆ ਵੀ ਦੇਣੀ ਹੈ, ਜੋ ਜੋ ਸਮਾਨ ਚਾਹੀਦਾ ਉਹ ਵੀ ਕਾਰੀਗਰਾਂ ਨੂੰ ਦੇਣਾ ਹੈ। ਲੰਗਰ ਵਿੱਚ ਜਿਹੜੀ ਮਾਇਆ ਖਰਚ ਹੋਣੀ ਹੈ ਉਹ ਵੀ ਲਾਂਗਰੀ ਸਿੱਖ ਨੂੰ ਤੁਸਾਂ ਦੇਣੀ ਹੈ। ਆਪ ਮਹਾਰਾਜ ਤਖਤ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਦੀ ਰੁਚੀ ਇਹੋ ਹੀ ਸੀ ਕਿ ਮਹਾਰਾਜ ਬੈਠ ਕੇ ਸਾਨੂੰ ਦਰਸ਼ਨ ਹੀ ਦੇਣ ਬਸ। ਹਾਂਜੀ। ਆਮਦ ਖਰਚ ਸੰਭਾਰਤ ਸਾਰੋ। ਸੋ ਜਿੰਨੀ ਆਮਦਨ ਹੋਣੀ ਤੇ ਜਿੰਨਾ ਖਰਚਾ ਹੋਣਾ ਉਹ ਗੁਰੂ ਘਰ ਦਾ ਸਾਰਾ ਕਾਰਜ ਜਿਹੜਾ ਸੀਗਾ ਉਹ ਮਸੰਦ ਸਾਂਭਣ ਲੱਗ ਪਏ ਜੀ। ਹਾਂਜੀ। ਆਏ ਉਪਾਇਨ ਅਨਕ ਪ੍ਰਕਾਰੋ। ਬਾਬਾ ਬੁੱਢਾ ਸਾਹਿਬ ਵੀ ਇੱਕ ਬੰਨੇ ਸੇਵਾ ਕਰਾਉਣ ਲੱਗ ਪਏ ਜੀ, ਪਰ ਬੜੀਆਂ ਭੇਟਾਵਾਂ ਬੜੇ ਉਪਹਾਰ ਆਉਣ ਲੱਗ ਪਏ ਜੀ। ਹਾਂਜੀ। ਬਰਿੰਦ ਚਿਨਹਿ ਘਰ ਈਂਟ ਸੁਧਾਰ ਹੈ। ਹਾਂਜੀ। ਚਹਤ ਸੋ ਸੰਗਤ ਜਿਤ ਟਿਗ ਡਾਰ ਹੈ। ਤੇ ਖੁਦਵਾਈ ਵੀ ਹੋ ਰਹੀ ਹੈ। ਬਾਬਾ ਜੀ ਦੀ ਜ਼ਿੰਮੇਵਾਰੀ ਖੁਦਵਾਈ ਦੀ ਸੀਗੀ ਜੀ। ਖੁਦਵਾਈ ਵੀ ਹੋ ਰਹੀ। ਕਿਉਂ? ਸਾਲਾਂ ਬੱਧੀ ਇਹ ਕੰਮ ਚੱਲਿਆ ਹੋਏਗਾ ਜੀ। ਵਿੱਚ ਵਿੱਚ ਮਹਾਰਾਜ ਨੂੰ ਦਰਸ਼ਨ ਦੇਣ ਵੀ ਜਾਣਾ ਪੈਂਦਾ, ਬਾਹਰ ਅੰਦਰ ਵੀ ਜਾਣਾ ਪੈਂਦਾ ਜੀ। ਸਾਲਾਂ ਬੱਧੀ ਇਹ ਕੰਮ ਚੱਲਿਆ ਜੀ। ਤੇ ਬਰਿੰਦ ਚਿਨਹਿ ਘਰ ਈਂਟ ਸੁਧਾਰ ਹੈ। ਤੇ ਫਿਰ ਕਈ ਚਿਣਦੇ ਆ, ਕਈ ਇੱਟਾਂ ਨੂੰ ਸੁਧਾਰ ਕੇ ਰੱਖਦੇ ਆ ਸਰੋਵਰ ਲਾਗੇ। ਹਾਂਜੀ। ਬਹਿਲੋ ਆਦਿਕ ਸਿੱਖ ਸਮੁਦਾਏ। ਹਾਂਜੀ। ਲੱਗੇ ਪਜਾਵਨ ਈਂਟ ਪਕਾਏ। ਸੋ ਸਾਧ ਸੰਗਤ ਜੀ ਭਾਈ ਬਹਿਲੋ ਜੀ ਇੱਟਾਂ ਵਾਲੇ ਪਾਸੇ ਚਲੇ ਗਏ। ਆਵਿਆਂ ਦੇ ਵਿੱਚ ਜ਼ਿੰਮੇਵਾਰੀ ਰੱਖਦੇ ਆ, ਉਹਨਾਂ ਦੀ ਉਹ ਡਿਊਟੀ ਹੈ ਜੀ। ਹਾਂਜੀ। ਜੋ ਜੋ ਹਿਤ ਕਰ ਕਾਰ ਕਰੰਤਾ। ਜਿੱਥੇ ਜਿੱਥੇ ਮਹਾਰਾਜ ਨੇ ਜਿਸ ਜਿਸ ਸਿੱਖ ਦੀ ਡਿਊਟੀ ਲਾਈ ਉਹ ਸਿੱਖ ਉੱਥੇ ਉੱਥੇ ਆਪਣੇ ਕਾਰਜ ਵਿੱਚ ਲੱਗ ਗਿਆ ਜੀ। ਸਿੱਖ ਫਿਰ ਦਖਲ ਅੰਦਾਜ਼ੀ ਨਹੀਂ ਸੀ ਕਰਦੇ ਹੁੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਵੀ ਜਿਹਦਾ ਜਿਹੜਾ ਕੰਮ ਹੈ ਉਹਨੇ ਉਹੋ ਹੀ ਕੰਮ ਕਰਨਾ ਜੀ। ਬਹੁਤੀ ਦਖਲ ਅੰਦਾਜ਼ੀ ਨਹੀਂ ਕਰਨੀ ਜੀ। ਆਪਣੀ ਸੇਵਾ ਕਰਦੇ ਰਹਿਣਾ, ਨਾਲ ਨਾਲ ਨਾਮ ਜਪਦੇ ਰਹਿਣਾ ਜੀ। ਹਾਂਜੀ। ਸੋ ਸੋ ਨਿਰਮਲ ਰਿਦਾ ਬਨੰਤਾ। ਜਿਹੜਾ ਜਿਹੜਾ ਵਿਅਕਤੀ ਜਿੱਥੇ ਜਿੱਥੇ ਸੇਵਾ ਕਰ ਰਿਹਾ ਨਾ ਜੀ ਸਤ ਬਚਨ ਕਰਕੇ, ਉਹ ਕਰਦਿਆਂ ਕਰਦਿਆਂ ਉਹਦਾ ਮਨ ਪਵਿੱਤਰ ਹੋ ਰਿਹਾ ਹੈ ਜੀ। ਮਨ ਚੜ੍ਹਦੀ ਕਲਾ ਵਿੱਚ ਜਾ ਰਿਹਾ ਜੀ। ਹਾਂਜੀ। ਕਰਹਿ ਕਾਮਨਾ ਜਸ ਜਸ ਮਨ ਮਹਿ। ਜੋ ਜਿਹੜੀ ਜਿਹੜੀ ਵੀ ਕਾਮਨਾ ਆਪਣੇ ਮਨ ਵਿੱਚ ਕਰਦਾ, ਪੁਰਹਿ ਸੇਵ ਸਰ ਕੇਤਕ ਦਿਨ ਮਹਿ। ਤੇ ਕੁਝ ਦਿਨਾਂ ਵਿੱਚ ਹੀ ਉਹਦੀ ਕਾਮਨਾ ਪੂਰੀ ਹੋ ਜਾਂਦੀ ਜੀ ਸੇਵਾ ਕਰਕੇ ਜੀ। ਅੱਜ ਕੇ ਆਖੋ ਵਾਹਿਗੁਰੂ। ਬੰਦੇ ਦੇ ਪੁੰਨ ਬਣ ਜਾਂਦੇ ਜੀ। ਜਦੋਂ ਇਹੋ ਜਿਹੇ ਬ੍ਰਹਮ ਗਿਆਨੀ ਸਿੱਖਾਂ ਦੇ ਦਰਸ਼ਨ ਹੋ ਰਹੇ ਹੋਣ, ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹੋਣ, ਬੰਦੇ ਦੇ ਪੁੰਨ ਬਣ ਜਾਂਦੇ ਜੀ। ਹਾਂਜੀ।
ਉਹ ਜਿਹੜੇ ਪੁੰਨ ਹੈ ਨਾ ਜੀ, ਫਿਰ ਜਦੋਂ ਬੰਦਾ ਜੋ ਮੰਗਦਾ ਉਹਨੂੰ ਛੇਤੀ ਮਿਲ ਜਾਂਦਾ ਜੀ। ਹਾਂਜੀ। ਜੋ ਸਕਾਮ ਹੋਏ ਬਾਂਛਤ ਪਾਏ। ਕਈ ਫਿਰ ਨਿਸ਼ਕਾਮ ਹੋ ਕੇ ਸੇਵਾ ਕਰਦੇ ਜੀ, ਉਹਨਾਂ ਦੀ ਕੋਈ ਮੰਗ ਨਹੀਂ ਹੁੰਦੀ ਜੀ। ਹਾਂਜੀ। ਜੋ ਨਿਸ਼ਕਾਮ ਹਿਰਦਾ ਬਿਮਲਾਏ। ਉਹਨਾਂ ਦਾ ਫਿਰ ਹਿਰਦਾ ਜਿਹੜਾ ਨਾ ਜੀ, ਉਹ ਮੈਲ ਤੋਂ ਰਹਿਤ ਹੋ ਜਾਂਦਾ, ਮਨ ਸ਼ੁੱਧ ਹੋ ਜਾਂਦਾ। ਜਿਹੜਾ ਕਾਮਨਾ ਰੱਖ ਕੇ ਸੇਵਾ ਕਰਦਾ ਉਹਦੀ ਕਾਮਨਾ ਪੂਰੀ ਹੋ ਜਾਂਦੀ ਜੀ। ਹਾਂਜੀ। ਲੋਕ ਪਰਲੋਕਨ ਸੁਖ ਸਮੁਦਾਇਓ। ਲੋਕ ਪਰਲੋਕ ਦੇ ਸੁਖ ਸੇਵਾ ਵਿੱਚੋਂ ਮਿਲ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਕਿੰਨੀ ਮਹਾਨ ਹੈ ਮਹਾਰਾਜ ਜੀ ਦੀ ਸੇਵਾ ਜੀ। ਹਾਂਜੀ। ਸਦਾ ਬਰਤ ਗੁਰ ਸਬਨ ਲਗਾਇਓ। ਕਹਿੰਦੇ ਅਸਲ ਵਿੱਚ ਮਹਾਰਾਜ ਨੇ ਬਖਸ਼ਿਸ਼ਾਂ ਦਾ ਲੰਗਰ ਹੀ ਲਾਇਆ ਜੀ। ਲੰਗਰ ਹੀ ਲਾ ਦਿੱਤਾ ਬਖਸ਼ਿਸ਼ਾਂ ਦਾ ਜੀ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਕਾਰ ਸੁਧਾਸਰ ਕੇਰ ਬਹਾਨਾ। ਹਾਂ, ਇਹ ਸਰੋਵਰ ਬਣਾਉਣ ਦਾ ਤੇ ਬਹਾਨਾ ਹੀ ਹੈ। ਹਾਂਜੀ। ਦਾਸਨ ਦੇਤ ਕਾਮਨਾ ਦਾਨਾ। ਅਸਲ ਵਿੱਚ ਸੇਵਾ ਕਰਵਾ ਕੇ ਮੁੱਖ ਮਨੋਰਥ ਮਹਾਰਾਜ ਦਾ ਸਿੱਖਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਨਾ ਹੈ ਜੀ। ਜੋ ਗੁਰੂ ਕਾ ਪਿਆਰਾ ਮੰਗੇ ਉਹਨੂੰ ਮਿਲੇ। ਮੁੱਖ ਮਨੋਰਥ ਮਹਾਰਾਜ ਦਾ ਇਹ ਹੈ। ਕਵੀ ਸੰਤੋਖ ਸਿੰਘ ਕਹਿੰਦੇ ਸਰੋਵਰ ਬਣਾਉਣ ਦਾ ਤੇ ਇੱਕ ਬਹਾਨਾ ਮਹਾਰਾਜ ਨੇ ਬਣਾਇਆ ਜੀ। ਹਾਂਜੀ। ਸ਼੍ਰੀ ਅੰਮ੍ਰਿਤਸਰ ਮਹਿਮਾ ਭਾਰੀ। ਸ਼੍ਰੀ ਅਰਜਨ ਗੁਰ ਭਾਂਤ ਉਚਾਰੀ। ਸ਼੍ਰੀ ਅਰਜਨ ਬਹੁ ਭਾਂਤ ਉਚਾਰੀ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਸਾਧ ਸੰਗਤ ਜੀ, ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਰੋਵਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਕਈ ਜਗ੍ਹਾ ਤੇ ਉਚਾਰਨ ਕੀਤੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇੱਕ ਥਾਂ ਤੇ ਬਚਨ ਹੁੰਦਾ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਹਾਂਜੀ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਏ। ਬੜੇ ਬਚਨ ਨੇ ਜੀ। ਨਿਤ ਸਰ ਨਹਾਵਣ ਰਾਮ ਸਰ ਕੀਜੈ। ਬੇਅੰਤ ਮਹਿਮਾ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਆਖੀ। ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਬੇਅੰਤ ਮਹਿਮਾ ਅੰਮ੍ਰਿਤਸਰ ਸਰੋਵਰ ਦੀ, ਦਰਬਾਰ ਸਾਹਿਬ ਦੇ ਸਰੋਵਰ ਦੀ ਗੁਰਬਾਣੀ ਵਿੱਚ ਆਈ ਹੈ ਜੀ। ਚਲੋ ਹੁਣ ਵਾਕ ਚਤੁਰਾਈ ਦੇ ਨਾਲ ਗਿਆਨੀ ਰਾਮਦਾਸ ਦੇ ਅਰਥ ਵੀ ਬਦਲ ਦਿੰਦੇ ਆ ਵੀ ਰਾਮਦਾਸ ਦੇ ਅਰਥ ਇਹ ਨਹੀਂ, ਇਹ ਹੈਗੇ ਆ ਸਿੱਧੀ ਜੀ ਗੱਲ ਹੈਗੀ ਜੀ। ਰਾਮਦਾਸ ਸਰੋਵਰ ਨਹਾਤੇ। ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ ਜੀ। ਹਾਂਜੀ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਾਣੀ ਵਿੱਚ ਵੀ ਇਸ ਸਰੋਵਰ ਦੀ ਬੜੀ ਮਹਿਮਾ ਕੀਤੀ ਹੈ। ਹਾਂਜੀ। ਮੱਜਨ ਕਰੇ ਕਲੂਖ ਨਾ ਰਹੈ। ਸੰਤੋ ਰਾਮਦਾਸ ਸਰੋਵਰ ਨੀਕਾ। ਜੋ ਨਹਾਵੈ ਸੋ ਕੁਲ ਤਰਾਵੈ। ਉਧਾਰ ਹੋਆ ਹੈ ਜੀ ਕਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਸਰੋਵਰ ਦੀ ਬੜੀ ਮਹਿਮਾ, ਬਹੁਤੀ ਵੱਡੀ ਮਹਿਮਾ ਮਹਾਰਾਜ ਨੇ ਬਾਣੀ ਵਿੱਚ ਕੀਤੀ ਹੈ। ਮੱਜਨ ਕਰੇ ਕਲੁਖ ਨਾ ਰਹੈ। ਪ੍ਰੇਮ ਨਾਲ ਇਸ਼ਨਾਨ ਜਿਹੜਾ ਕਰੇਗਾ ਉਹਦੇ ਪਾਪ ਨਹੀਂ ਰਹਿਣਗੇ ਜੀ। ਹਾਂਜੀ। ਬਾਂਛਤ ਪਾਏ ਭਾਉ ਜੋ ਗਹਿ। ਤੇ ਮੂੰਹ ਮੰਗੀਆਂ ਮੁਰਾਦਾਂ ਉਹਨੂੰ ਮਿਲਣਗੀਆਂ ਜਿਹੜਾ ਇਸ ਸਥਾਨ ਤੇ ਸਿਰ ਨਵਾਏਗਾ ਪ੍ਰੇਮ ਨਾਲ ਜੀ। ਸਾਡੇ ਕੋਲ ਹੈ ਨਾ ਜੀ, ਤਾਂ ਕਦਰ ਘੱਟ ਹੈ ਜੀ ਸਾਨੂੰ ਜੀ। ਹਾਂਜੀ। ਮਹਾ ਮਹਾਤਮ ਸੰਗਤ ਜਾਣੇ। ਸੋ ਗੁਰੂ ਕੀਆਂ ਸੰਗਤਾਂ ਬਹੁਤ ਵੱਡੀ ਮਹਿਮਾ ਹਰਿਮੰਦਰ ਸਾਹਿਬ ਸਰੋਵਰ ਦੀਆਂ ਜਾਣਦੀਆਂ। ਹਾਂਜੀ। ਸਰਦਾ ਧਰ ਧਰ ਸੇਵਾ ਠਾਨੈ। ਸਾਰੇ ਪ੍ਰੇਮੀ ਸ਼ਰਧਾ ਦੇ ਨਾਲ ਸੇਵਾ ਕਰਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਬਹੁਤੀ ਸ਼ਰਧਾ ਦੇ ਨਾਲ, ਪ੍ਰੇਮ ਨਾਲ, ਜਿੱਥੇ ਜਿੱਥੇ ਜਿਹਨੂੰ ਲਾਇਆ ਉਹ ਸੇਵਾ ਕਰ ਰਹੇ ਸਾਰੇ ਜੀ। ਹਾਂਜੀ। ਕੀਤਕ ਜਬ ਚਿਨ ਲੀਨ ਸੁਪਾਨਾ। ਮਿਲ ਸਿੱਖਿਆਨ ਗੁਰ ਸੰਗ ਬਖਾਨਾ। ਹੁਣ ਪੌੜੀਆਂ ਬਣਨ ਲੱਗ ਪਈਆਂ ਸਰੋਵਰ ਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਪੌੜੀਆਂ ਬਣਨ ਲੱਗੀਆਂ ਨਾ ਜੀ, ਤੇ ਕੁਝ ਕੁ ਸਿੱਖਾਂ ਨੇ ਪੌੜੀਆਂ ਬਣਦੀਆਂ ਵੇਖੀਆਂ ਜੀ। ਹਾਂਜੀ।
ਸਰ ਕੋ ਮਹਾ ਮਹਾਤਮ ਅਹੋ, ਹਾਂਜੀ। ਥਿਰਹਿ ਹਜ਼ਾਰਨ ਸੰਮਤ ਕਹੋ। ਉਹਨਾਂ ਸਿੱਖਾਂ ਨੇ ਵਿਚਾਰ ਕੀਤੀ ਇਹ ਸਰੋਵਰ ਤੇ ਹਜ਼ਾਰਾਂ ਸਾਲ ਰਹਿਣਾ ਹੈ, ਫਿਰ ਇਹਦਾ ਬੜਾ ਮਹਾਨ ਮਹਾਤਮ ਹੈ ਇਸ ਸਰੋਵਰ ਦਾ। ਹਾਂਜੀ। ਚਿਨਨੇ ਮਹਿ ਕਾਚੋ ਹੋਏ ਕਾਮ, ਪਰ ਪੌੜੀਆਂ ਬਣਾਉਣ 'ਚ ਕੰਮ ਕੱਚਾ ਹੋ ਰਿਹਾ ਹੈ, ਕੰਮ ਸਹੀ ਨਹੀਂ ਹੋ ਰਿਹਾ ਜੀ। ਹਾਂਜੀ। ਉਪਰ ਤੇ ਬਨਾਏ ਅਭਿਰਾਮ, ਉੱਪਰ ਵੱਲ ਚੰਗੀ ਤਰ੍ਹਾਂ, ਉੱਪਰ ਵਾਲੀਆਂ ਤਾਂ ਚੰਗੀਆਂ ਪੌੜੀਆਂ ਬਣੀਆਂ ਨੇ, ਥੱਲੜ ਦੀਆਂ ਜਿਹੜੀਆਂ ਪੌੜੀਆਂ ਨੇ ਨਾ ਉਹਦੇ ਵਿੱਚ ਮਸੰਦ ਹੇਰਾ ਫੇਰੀ ਕਰ ਰਹੇ ਨੇ ਜੀ, ਸਿੱਖਾਂ ਨੇ ਵੇਖਿਆ ਜੀ। ਹਾਂਜੀ। ਏਕ ਈਂਟ ਚੂਨੇ ਕੀ ਜਰੈ, ਹਾਂਜੀ। ਪੁੰਨ ਕਰਦਮ ਸੋ ਭਰਤੀ ਭਰੈ। ਉਹ ਸਿੱਖ ਵੇਖਦੇ ਹੁੰਦੇ ਸੀਗੇ ਜੀ, ਮਸੰਦਾਂ ਨੇ ਖਲੋਤੇ ਹੋਣਾ ਤੇ ਏਕ ਈਟ ਚੂਨੇ ਕੀ ਜੜ੍ਹਾਂ, ਉੱਪਰਲੀ ਇੱਟ ਜਿਹੜੀ ਸੀ ਉਹ ਤੇ ਚੂਨੇ ਨਾਲ ਲਾ ਦੇਣੀ ਜੀ। ਪਹਿਲਾਂ ਸੀਮੈਂਟ ਨਹੀਂ ਸੀ ਹੁੰਦਾ ਜੀ, ਜਿਹੜਾ ਹੁਣ ਸੀਮੈਂਟ ਹੈ ਨਾ, ਪਹਿਲਾਂ ਇਹ ਸੀਮੈਂਟ ਨਹੀਂ ਸੀ ਹੁੰਦਾ, ਉਦੋਂ ਚੂਨਾ ਹੀ ਚੱਲਦਾ ਹੁੰਦਾ ਸੀਗਾ ਜੀ। ਚੌਲਾਂ ਨੂੰ ਵੀ ਪੀਣਾ ਤੇ ਉਹਨਾਂ ਦਾ ਵੀ ਚੂਨਾ ਤਿਆਰ ਹੁੰਦਾ ਸੀਗਾ ਜੀ। ਪੁਰਾਣੀਆਂ ਬਿਲਡਿੰਗਾਂ ਨੂੰ ਜਿਹੜਾ ਚੂਨਾ ਲੱਗਾ ਹੈ ਜੀ, ਉਹ ਹੁਣ ਦੇ ਸੀਮੈਂਟ ਨਾਲੋਂ ਕਿਤੇ ਵੱਧ ਵਧੇਰੇ ਚੰਗਾ ਹੈ ਜੀ। ਪੁਰਾਣੀਆਂ ਬਿਲਡਿੰਗਾਂ ਨੂੰ ਮੈਨੂੰ ਸਿੰਘ ਸਾਹਿਬ ਜੀ ਨੇ ਬਚਨ ਸੁਣਾਇਆ, ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣਾ ਨੇ, ਗਿਆਨੀ ਰਘਬੀਰ ਸਿੰਘ ਜੀ ਨੇ। ਉਹ ਕਹਿੰਦੇ ਜਿਹੜਾ ਚੂਨਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਨਿਰਮਾਣ ਵਿੱਚ ਲਵਾਇਆ ਨਾ ਜੀ, ਉਹ ਦੱਸ ਰਹੇ ਸਨ, ਕਹਿੰਦੇ ਉਹ ਇੰਨਾ ਮਜ਼ਬੂਤ ਚੂਨਾ ਹੈ, ਬੜੇ ਬੜੇ ਵੱਡੇ ਇੰਜੀਨੀਅਰ ਆਏ ਤੇ ਉਸ ਚੂਨੇ ਨੂੰ ਚੈੱਕ ਕਰਦੇ, ਥੋੜਾ ਸੈਂਪਲ ਲੈ ਕੇ ਚੈੱਕ ਕੀਤਾ ਜੀ ਉਹਨਾਂ ਨੇ। ਕਿਉਂਕਿ ਲੋਕ ਬੜੀਆਂ ਗੱਲਾਂ ਕਰਦੇ ਨਾ ਜੀ, ਹਰਿਮੰਦਰ ਸਾਹਿਬ ਪਾਣੀ ਦੇ ਵਿੱਚ ਹੈ, ਸਲਾਬ ਨਾ ਆ ਜੇ। ਹੁਣ ਆਪਾਂ ਆਪਣੇ ਇਲਾਕਿਆਂ ਦੀ ਗੱਲ ਕਰੀਏ ਤੇ ਲਗਭਗ ਹਰ ਘਰ 'ਚ ਸਲਾਬ ਆ ਜਾਂਦੀ ਹੈ ਜੀ। ਹਾਂਜੀ। ਇਹ ਸਭ ਸ਼ੀਟਾਂ ਵਗੈਰਾ ਇਹ ਸਭ ਸਲਾਬ ਦਾ ਹੀ ਪ੍ਰਤਾਪ ਹੈ ਜੀ। ਸਲਾਬ ਆਉਂਦੀ ਤਾਈਓ ਲੱਗਦਾ ਜੀ ਸਾਰਾ ਕੁਝ, ਵੀ ਸਲਾਬ ਨਾ ਆ ਜੇ। ਚਲੋ ਅਸ਼ਰਦਕ ਲੋਕ ਹੁਣ ਵੀ ਇਹ ਗੱਲਾਂ ਕਰਦੇ ਆ, ਪਰ ਉੱਥੇ ਕਦੀ ਸਲਾਬ ਨਹੀਂ ਆਈ ਜੀ, ਹਰ ਵਕਤ ਪਾਣੀ ਦੇ ਵਿੱਚ ਹੈ ਜੀ। ਉਹਨਾਂ ਜਿਹੜੇ ਇੰਜੀਨੀਅਰ ਆਏ ਨਾ ਜੀ, ਇੰਜੀਨੀਅਰ ਦੀ ਟੀਮ ਆਈ ਜਿਹੜੀ, ਉਹਨਾਂ ਫਿਰ ਦੱਸਿਆ, ਉਹ ਕਹਿੰਦੇ ਜਿਹੜਾ ਚੂਨਾ ਗੁਰੂ ਅਰਜਨ ਸਾਹਿਬ ਜੀ ਨੇ ਲਵਾਇਆ ਹੈ ਇੱਥੇ, ਇਹਦਾ ਅਜੇ ਬਚਪਨ ਚੱਲ ਰਿਹਾ ਹੈ, ਇਹਦੀ ਜਵਾਨੀ ਵੀ ਨਹੀਂ ਆਈ ਤੇ ਅਜੇ ਇਹਨੇ ਬੁੱਢੇ ਨਹੀਂ ਹੋਣਾ ਛੇਤੀ। ਜੇ ਕੋਈ ਕਿਤੇ ਇਹ ਬੁੱਢਾ ਹੋਏਗਾ ਨਾ ਸੀਮੈਂਟ ਚੂਨਾ, ਫਿਰ ਆਪਾਂ ਵੇਖਾਂਗੇ। ਅਜੇ ਇਹਦਾ ਤੇ ਬਚਪਨ ਨਹੀਂ ਸ਼ੁਰੂ ਹੋਇਆ ਚੰਗੀ ਤਰ੍ਹਾਂ, ਅਜੇ ਬਚਪਨ ਹੀ ਕਹਿ ਲੋ ਜਾ ਰਿਹਾ, ਜਵਾਨੀ ਸ਼ੁਰੂ ਨਹੀਂ ਹੋਈ। ਕਿਉਂਕਿ ਇਹ ਕਾਰਜ ਹਰਿਮੰਦਰ ਸਾਹਿਬ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਲਗਨ ਨਾਲ ਕਰਾਇਆ ਜੀ, ਬੜੀ ਲਗਨ ਨਾਲ ਜੀ। ਤੇ ਜਿਹੜੇ ਮਸੰਦ ਸਨ ਉਹ ਕੀ ਕਰਦੇ ਆ, ਉਹ ਪੌੜੀਆਂ ਦੀ ਉੱਪਰ ਵਾਲੀਆਂ ਜਿਹੜੀਆਂ ਇੱਟਾਂ ਨੇ ਉਹ ਤੇ ਚੂਨੇ ਨਾਲ ਜੋੜ ਪਾਉਂਦੇ ਆ, ਵਿੱਚ ਥੱਲੇ ਗਾਰਾ ਲਾਈ ਜਾਂਦੇ ਸੀਗੇ ਜੀ। ਹਾਂਜੀ। ਉਖਰਹਿ ਥਿਰਹਿ ਨਹੀਂ ਲਗ ਕਾਲ, ਸਿੱਖਾਂ ਨੇ ਇਹ ਗੱਲ ਵੇਖੀ, ਉਹਨਾਂ ਕਿਹਾ ਵੀ, ਸੋਚਿਆ ਵੀ ਇਹ ਤੇ ਛੇਤੀ ਉਖੜ ਜਾਣਗੀਆਂ, ਇਹ ਤੇ ਲੰਮਾ ਸਮਾਂ ਨਹੀਂ ਰਹਿਣਗੀਆਂ। ਹਾਂਜੀ। ਏਵ ਮਸੰਦ ਦੰਭ ਕੇ ਨਾਲ, ਤੇ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਇਹੋ ਜਿਹਾ ਕੰਮ ਨਹੀਂ ਕਰਾ ਸਕਦੇ ਕਿ ਉੱਤੇ ਚੂਨਾ ਲਾਈ ਜਾਓ ਥੱਲੇ ਗਾਰਾ ਲਾਈ ਜਾਓ ਜੀ। ਗੁਰੂ ਅਰਜਨ ਸਾਹਿਬ ਐਸਾ ਨਹੀਂ ਕੰਮ ਕਰਾ ਸਕਦੇ। ਸਿੱਖਾਂ ਨੇ ਵਿਚਾਰ ਕੀਤੀ, ਮਸੰਦ ਜਿਹੜੇ ਧੋਖਾ ਕਰ ਰਹੇ ਨੇ ਜੀ। ਹਾਂਜੀ। ਥੋਰੋ ਲਾਗਹਿ ਸਰਫਾ ਚੂਨੇ, ਇਹ ਅਸਲ 'ਚ ਚੂਨਾ ਥੋੜਾ ਲਾਉਣਾ ਚਾਹੁੰਦੇ, ਚੂਨਾ ਮਹਿੰਗਾ ਬਣਦਾ ਸੀਗਾ ਜੀ ਉਦੋਂ। ਹਾਂਜੀ। ਇਹੋ ਕਰਤੇ ਲੋਭੀ ਮਤ ਊਨੇ, ਤੇ ਫਿਰ ਚੂਨਾ ਦਾ ਸਰਫਾ ਕਰਨ ਦੇ ਆ, ਲੋਭ ਕਰਨ ਦੇ ਆ, ਇਹ ਮਸੰਦ ਲੋਭ ਕਰ ਰਹੇ ਨੇ, ਲਾਲਚ ਕਰ ਰਹੇ ਨੇ। ਹਾਂਜੀ। ਜਿਮ ਦਿੜਤਾ ਕੇ ਸ਼ਬਦ ਬਣਾਵੋ, ਜਿਵੇਂ ਮਹਾਰਾਜ ਬਚਨ ਕਰਦੇ ਆ ਵੀ ਹਰਿਮੰਦਰ ਸਾਹਿਬ ਹਜ਼ਾਰਾਂ ਸਾਲਾਂ ਤੱਕ ਰਹਿਣਾ, ਜੁਗਾਂ ਜੁਗਾਂ ਤੱਕ ਹਰਿਮੰਦਰ ਸਾਹਿਬ ਰਹਿਣਾ, ਉਹੋ ਜਿਹਾ ਤੇ ਕੰਮ ਮਸੰਦ ਨਹੀਂ ਕਰ ਰਹੇ। ਹਾਂਜੀ।
ਥਿਰ ਹੈ ਸਦਾ ਸ਼੍ਰੀ ਮੁਖ ਤੇ ਗਾਵੋ। ਕਿਉਂ ਮਹਾਰਾਜ ਕਹਿੰਦੇ ਇਹਨੇ ਸਦਾ ਹੀ ਰਹਿਣਾ ਹੈ, ਪਰ ਜੇ ਕੱਚਾ ਕੰਮ ਕਰਨਗੇ ਤੇ ਸਦਾ ਕਿਵੇਂ ਰਹੇਗਾ। ਸੁਹਿਰਦ ਸਿੱਖਾਂ ਨੂੰ ਚਿੰਤਾ ਹੋ ਗਈ ਜੀ। ਹਾਂਜੀ। ਤਿਮ ਕਰ ਬਾਵਹੁ ਤੁਮ ਸਮਰੱਥ, ਤੀਨ ਲੋਕ ਤਨ ਰਾਵਰ ਹੱਥ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਫਿਰ ਸਿੱਖਾਂ ਨੇ ਮਸੰਦਾਂ ਨੂੰ ਆਖਿਆ ਜੀ। ਹਾਂਜੀ। ਮਸੰਦਾਂ ਨੇ ਗੱਲ ਹੀ ਨਾ ਸੁਣੀ ਜੀ। ਕਹਿਣ ਲੱਗੇ ਚੰਗੀ ਤਰ੍ਹਾਂ ਪੌੜੀਆਂ ਬਣਾਓ, ਤੁਹਾਨੂੰ ਖੁੱਲੀ ਮਾਇਆ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ। ਉਹਨਾਂ ਗੱਲ ਨਾ ਸੁਣੀ ਜੀ। ਸਿੱਖ ਫਿਰ ਗੁਰੂ ਅਰਜਨ ਸਾਹਿਬ ਜੀ ਕੋ ਆਏ ਜੀ। ਹਾਂਜੀ। ਸੁਨ ਸਿੱਖਿਅਨ ਤੇ ਸਤਿਗੁਰ ਪਾਵਨ, ਕਿ ਮਹਾਰਾਜ ਮਸੰਦ ਧੋਖਾ ਕਰ ਰਹੇ ਨੇ, ਇੱਟਾਂ ਗਾਰੇ ਨਾਲ ਹੀ ਚਿਣੀ ਜਾਂਦੇ ਨੇ। ਹਾਂਜੀ। ਕਰੇ ਸਮੀਪ ਮਸੰਦ ਅਵਾਹਨ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਸੰਦਾਂ ਨੂੰ ਕੋਲ ਸੱਦਿਆ ਜੀ ਆਪਣੇ ਜੀ। ਹਾਂਜੀ। ਸਭ ਸੋ ਕਹਿਓ ਕਾਰ ਇਹੋ ਕਾਚੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਤੁਹਾਡੇ ਭਾਗ ਬੜੇ ਵੱਡੇ ਨੇ, ਤੁਹਾਨੂੰ ਬਹੁਤ ਮਹਾਨ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ। ਕਹਿਣ ਲੱਗੇ ਇਹ ਸੱਚੀ ਥਾਂ, ਕਹਿਣ ਲੱਗੇ, ਪਰ ਤੁਸੀਂ ਕੱਚਾ ਕੰਮ ਕਰ ਰਹੇ ਹੋ। ਕਹਿਣ ਲੱਗੇ ਹਾਂਜੀ। ਕਿਉਂ ਤੁਮ ਕਰਹੁ ਲੋਭ ਮਤ ਰਾਚੀ। ਮਹਾਰਾਜ ਕਹਿੰਦੇ ਸਾਨੂੰ ਪਤਾ ਤੁਸੀਂ ਮਾਇਆ ਬਚਾਉਣੀ ਚਾਹੁੰਦੇ ਜੇ, ਵੀ ਗਾਰਾ ਲੱਗ ਜੇ। ਗਾਰੇ ਦਾ ਕਿਹੜਾ ਮੁੱਲ ਆਉਣਾ ਜੀ। ਮਿੱਟੀ ਇਕੱਠੀ ਕੀਤੀ ਜੀ, ਗਾਰਾ ਬਣਾ ਲਿਆ ਜੀ, ਗਾਰੇ ਨਾਲ ਇੱਟਾਂ ਚਿਣੀ ਗਏ ਜੀ। ਮਹਾਰਾਜ ਕਹਿੰਦੇ ਇਹ ਕੰਮ ਨਾ ਕਰੋ। ਹਾਂਜੀ। ਚੂਨੇ ਕੋ ਸਰਫਾ ਕਿਮ ਧਰੋ। ਚੂਨੇ ਦਾ ਸਰਫਾ ਨਹੀਂ ਕਰਨਾ, ਕੰਜੂਸੀ ਨਹੀਂ ਕਰਨੀ। ਹਾਂਜੀ। ਦਰਬ ਅਰਪ ਦੇਹੋ ਸੰਚੈ ਕਰੋ। ਕਹਿਣ ਲੱਗੇ ਜਿੰਨਾ ਮਰਜੀ ਧਨ ਲੈ ਲਓ, ਪਰ ਚੂਨਾ ਵਧੀਆ ਲਾਉਣਾ ਹੈ। ਹਾਂਜੀ। ਜੇਤਕ ਕਾਰੀਗਰ ਮੰਗਵਾਵਤ, ਦੇਹੋ ਪਹੁੰਚਾਏ ਲਾਗਹਿ ਮਨ ਭਾਵਤ। ਜਿੰਨਾ ਚੂਨਾ ਕਾਰੀਗਰ ਮੰਗਵਾਉਂਦੇ ਨੇ ਨਾ, ਉਹਨਾਂ ਚੂਨਾ ਉਹਨਾਂ ਸਾਰਿਆਂ ਨੂੰ ਦਿਓ। ਇਸ ਤਰ੍ਹਾਂ ਨਹੀਂ ਕਰਨਾ ਵੀ ਤੁਸੀਂ ਗਾਰਾ ਹੀ ਲਾਈ ਚੱਲੋ। ਹਾਂਜੀ। ਸੁਨਤ ਮਸੰਦਨ ਬਚਨ ਬਖਾਨਾ, ਹਾਂਜੀ। ਸ਼੍ਰੀ ਗੁਰੂ ਜੀ ਧਨ ਲੱਗੈ ਮਹਾਨਾ। ਤੇ ਮਸੰਦ ਫਿਰ ਅੱਗੋਂ ਝੂਠੀ ਜੀ ਗੱਲ ਕਰਨ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਅਸਲ 'ਚ ਖੇਡ ਸੰਗਤ ਜੀ ਭਾਵਨਾ ਦੀ। ਗੁਰੂ ਅਰਜਨ ਸਾਹਿਬ ਜੀ ਦੀ ਭਾਵਨਾ ਬਹੁਤ ਵੱਡੀ ਜੀ। ਕੱਲ ਅਸੀਂ ਇੱਥੇ ਪੁਲਿਸ ਲਾਈਨ ਅੰਮ੍ਰਿਤਸਰ ਮਾਲ ਮੰਡੀ ਪੁਲਿਸ ਲਾਈਨ 'ਚ ਕਥਾ ਕਰਨ ਗਏ। ਉਹ ਅਸਥਾਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖਾਂ ਬਣਾਇਆ ਸੀਗਾ ਜੀ। ਮਸਕੀਨ ਜੀ ਬੜੀ ਸਿਫਤ ਕਰਦੇ ਸਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ। ਤੇ ਉਹਨਾਂ ਬਚਨ ਸੁਣਾਇਆ। ਕਹਿੰਦੇ ਜਿਹੜਾ ਥੜਾ ਬਣ ਰਿਹਾ ਸੀ ਨਾ, ਜਦੋਂ ਥੜਾ ਬਣ ਰਿਹਾ ਸੀ ਤੇ ਮਹਾਂਪੁਰਖਾਂ ਨੇ ਵੇਖਿਆ ਥੜਾ ਬਣ ਗਿਆ, ਆ ਕੇ ਤੇ ਹੱਥ 'ਚ ਸੋਟੀ ਹੁੰਦੀ ਸੀਗੀ, ਖੁੰਡਾ, ਉਹ ਥੜੇ ਨਾਲ ਮਾਰ ਕੇ ਚੈੱਕ ਕੀਤਾ ਜੀ। ਤੇ ਸੇਵਾਦਾਰ ਸਤਨਾਮ ਸਿੰਘ ਸੀ, ਉਹਨੂੰ ਪੁੱਛਿਆ ਵੀ ਇਹ ਥੜਾ ਕਿਵੇਂ ਬਣਾਇਆ। ਕਹਿੰਦਾ ਜੀ ਉੱਤੇ ਉੱਤੇ ਇੱਟਾਂ ਨੇ, ਥੱਲੇ ਵਿੱਚ ਮਿੱਟੀ ਪਾਈ ਹੈ। ਉਹ ਕਹਿੰਦੇ ਵੇਖ ਮਿੱਟੀ 'ਚ ਕਿੰਨੇ ਜੀਵ ਜੰਤੂ ਹੋਣੇ ਆ। ਇੱਥੇ ਕੁੱਲ ਦੁਨੀਆ ਦੇ ਮਾਲਕ ਸ਼ਹਿਨਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਰਾਜਣਾ। ਰੋੜੀ ਪਾਓ, ਵਧੀਆ ਥੜਾ ਬਣਾਓ, ਭਾਵਨਾ ਰੱਖੋ। ਜੇ ਥੜਾ ਪੱਕਾ ਹੋ ਗਿਆ ਨਾ, ਤੁਹਾਡੇ ਸੱਚਖੰਡ 'ਚ ਮਹੱਲ ਪੱਕੇ ਹੋ ਜਾਣੇ ਨੇ। ਭਾਵਨਾ ਰੱਖਣੀ ਚਾਹੀਦੀ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਨੇ, ਕੁੱਲ ਜਹਾਨ ਦੇ ਮਾਲਕ ਨੇ। ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੁਣ ਗੁਰੂ ਅਰਜਨ ਸਾਹਿਬ ਜੀ ਦੀ ਭਾਵਨਾ ਹੋਰ ਹੈ, ਮਸੰਦਾਂ ਦੀ ਭਾਵਨਾ ਹੋਰ ਹੈ ਜੀ। ਫਿਰ ਪੜਿਓ ਸ਼੍ਰੀ ਗੁਰੂ ਜੀ ਧਨ ਲੱਗੈ ਮਹਾਨਾ। ਮਸੰਦ ਕਹਿੰਦੇ ਮਹਾਰਾਜ ਮਾਇਆ ਬੜੀ ਲੱਗਦੀ ਹੈ। ਹਾਂਜੀ। ਅਪਰ ਸਰਬ ਘਰ ਕੇ ਵਿਵਹਾਰ, ਦਿਨ ਪ੍ਰਤ ਲੰਗਰ ਬਨਹਿ ਉਦਾਰ। ਹੋਰ ਵੀ ਗੁਰੂ ਘਰ ਦੇ ਬੜੇ ਕੰਮ ਨੇ ਮਹਾਰਾਜ। ਲੰਗਰ ਦਾ ਬੜਾ ਵੱਡਾ ਕੰਮ ਚੱਲਦਾ, 8 ਪਹਿਰ ਲੰਗਰ ਚੱਲ ਰਿਹਾ ਹੈ। ਹਾਂਜੀ। ਦਰਬ ਬਿਨਾ ਨਿਰਬਾਹ ਨਾ ਹੋਏ। ਤੇ ਮਹਾਰਾਜ ਜੇ ਮਾਇਆ ਨਾ ਆਈ ਤੇ ਨਿਰਬਾਹ ਕਿਵੇਂ ਹੋਏਗਾ, ਲੰਗਰ ਕਿਵੇਂ ਚੱਲੇਗਾ। ਹਾਂਜੀ। ਗ੍ਰਾਮਨ ਅਨ ਅਨਕ ਮਨ ਜੋਏ। ਪਿੰਡਾਂ ਵਿੱਚੋਂ ਅੱਜ ਕੱਲ ਅਨਾਜ ਨਹੀਂ ਆ ਰਿਹਾ ਮਹਾਰਾਜ, ਅਨਾਜ ਵੀ ਮੁੱਲ ਖਰੀਦਣਾ ਪੈ ਰਿਹਾ। ਲੰਗਰ ਦੀਆਂ ਰਸਦਾਂ ਮੁੱਲ ਲੱਗ ਰਹੀਆਂ ਨੇ।
ਹਾਂਜੀ। ਸੋ ਸਭ ਲੱਗਹਿ ਖਰੀਦਹਿ ਔਰ ਇਮ ਧਨ ਚਾਹੀਅਤ ਹੈ ਬਹੁ ਠੌਰ। ਤੇ ਸੱਚੇ ਪਾਤਸ਼ਾਹ ਇਸ ਕਾਰਜ ਵਾਸਤੇ ਤੇ ਖੁੱਲੀ ਮਾਇਆ ਚਾਹੀਦੀ ਹੈ। ਵੇਖੋ ਮਸੰਦਾਂ ਦੀ ਸੋਚ, ਉਹਨਾਂ ਨੂੰ ਇਹ ਨਹੀਂ ਵੇਖ ਰਿਹਾ ਵੀ ਕੁੱਲ ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਸਾਹਮਣੇ ਬੈਠੇ ਹੋਏ ਨੇ ਜੀ, ਹੈ ਮਹਾਰਾਜ ਨੂੰ ਹੀ ਕਹਿ ਰਹੇ, ਮਹਾਰਾਜ ਦੇ ਕੰਮ ਵਾਸਤੇ ਵੀ ਮਾਇਆ ਨਹੀਂ ਹੈਗੀ ਜੀ। ਇਹ ਪਤਾ ਕਦੋਂ ਹੁੰਦਾ ਜੀ? ਜਦੋਂ ਭਰੋਸੇ ਦੀ ਕਮੀ ਹੋ ਜਾਏ ਬੰਦੇ ਅੰਦਰ ਜੀ। ਹਾਂਜੀ। ਸਿੱਖਿਅਨ ਕੋ ਦੇ ਬੋ ਸਿਰ ਪਾਓ, ਨਿਤ ਪ੍ਰਤ ਖਰਚ ਇਹੀ ਸਮੁਦਾਓ। ਕੰਜੂਸੀ ਵਾਲੀਆਂ ਗੱਲਾਂ ਕਰਨ ਲੱਗ ਪਏ। ਕਹਿੰਦੇ ਫਿਰ ਮਹਾਰਾਜ ਤੁਸੀਂ ਸਿੱਖਾਂ ਨੂੰ ਸਰੋਪੇ ਵੀ ਦੇਣੇ ਹੁੰਦੇ ਆ, ਮਾਇਆ ਸਰੋਪਿਆਂ ਤੇ ਵੀ ਬੜੀ ਲੱਗ ਜਾਂਦੀ ਹੈ। ਹਾਂਜੀ। ਨੀਠ ਨੀਠ ਕਰ ਸਭ ਨਿਰਬਾਹੈ, ਤੇ ਸੰਕੋਚ ਕੇ ਸਾਰੇ ਕੰਮ ਅਸੀਂ ਕਰਦੇ ਆ। ਹਾਂਜੀ। ਦੇਤ ਜਹਾਂ ਕਹਤੇ ਜਬ ਚਾਹੈ। ਤੇ ਮਹਾਰਾਜ ਗਰੀਬ ਨਵਾਜ ਹਜ਼ਾਰਾਂ ਮਨੁੱਖ ਆਉਂਦੇ ਨੇ, ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਪੈਂਦੀ ਹੈ, ਕਾਰੀਗਰਾਂ ਨੂੰ ਮਜ਼ਦੂਰੀ ਦਿਹਾੜੀ ਦੇਣੀ ਪੈਂਦੀ ਹੈ। ਹਾਂਜੀ। ਚਾਹੀਐ ਦਰਬ ਹਜ਼ਾਰ ਹੋ ਨੀਤ। ਤੇ ਹਜ਼ਾਰਾਂ ਰੁਪਈਏ ਮਾਇਆ ਆਵੇ ਤੇ ਫਿਰ ਗੁਜ਼ਾਰਾ ਹੁੰਦਾ ਇੱਕ ਦਿਨ ਦਾ। ਹਾਂਜੀ। ਤਾਲ ਕਰਨ ਭਾਖ ਹੋ ਜਿਸ ਰੀਤ। ਫਿਰ ਇੰਨਾ ਮਾਇਆ ਦਾ ਕੰਮ ਹੁੰਦਾ, ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖੋ ਕੰਮ ਸੌਖਾ ਨਹੀਂ ਸੀ, ਮਾਇਆ ਤੇ ਲੱਗਣੀ ਹੈ। ਹਰਿਮੰਦਰ ਸਾਹਿਬ ਬਣ ਰਿਹਾ ਜੀ, ਛੋਟੀ ਮੋਟੀ ਗੱਲ ਤੇ ਨਹੀਂ ਹੈਗੀ ਜੀ। ਮਾੜਾ ਮੋਟਾ ਮਕਾਨ ਬਣਾਉਣਾ ਹੋਵੇ 4-5 ਸਾਲ ਬੰਦੇ ਦਾ ਹੱਥ ਟਾਈਟ ਹੋ ਜਾਂਦਾ ਜੀ। ਹਾਂਜੀ। ਛੋਟਾ ਜਿਹਾ ਮਕਾਨ ਬਣਾਵੇ ਨਾ ਬੰਦਾ, 4-5 ਸਾਲ ਹੱਥ ਉਹਦਾ ਟਾਈਟ ਹੋ ਜਾਂਦਾ ਜੀ। ਬੰਦਾ ਸੰਕੋਚ ਕੇ ਚੱਲਦਾ। ਤੇ ਜਿੱਥੇ ਹਰਿਮੰਦਰ ਸਾਹਿਬ ਬਣ ਰਿਹਾ ਜੀ, ਉਹ ਤੇ ਮਾੜਾ ਮੋਟਾ ਘਰ ਨਹੀਂ ਹੈਗਾ ਜੀ। ਹਾਂਜੀ। ਵੱਡੇ ਯਤਨ ਤੇ ਚੂਨੋ ਹੋਏ। ਤੇ ਬੜੇ ਯਤਨਾਂ ਦੇ ਨਾਲ ਮਹਾਰਾਜ ਚੂਨਾ ਮਿਲਦਾ ਤੇ ਮਹਿੰਗਾ ਮਿਲਦਾ ਹੈ। ਹਾਂਜੀ। ਬਹੁਰ ਮਸਾਲੇ ਪਾਖੈ ਜੋਏ। ਹੋਰ ਬੜੇ ਮਸਾਲੇ ਵਿੱਚ ਪੈਂਦੇ ਆ, ਪੱਕਾ ਚੂਨਾ ਫਿਰ ਬਣਦਾ ਜਾ ਕੇ ਮਹਾਰਾਜ। ਹਾਂਜੀ। ਦਰਬ ਖਰਚ ਸੋ ਵਿੱਚ ਮਲਾਵੈ, ਬਹੁ ਨਰ ਮਿਲਹਿ ਤਬੇ ਬਨ ਆਵੈ। ਰਿਦਾ ਮਸੰਦਨ ਕੋ ਲੱਗ ਜਾਣਿਓ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਸੋਚਦੇ ਵੀ ਆਪਾਂ ਪੌੜੀਆਂ ਬਣਾਉਣ ਦਾ ਕੰਮ ਮਸੰਦਾਂ ਨੂੰ ਦੇ ਤੇ ਬੈਠੇ ਆ, ਪਰ ਮਸੰਦਾਂ ਦਾ ਤੇ ਮਨ ਹੀ ਬੜਾ ਛੋਟਾ ਹੈਗਾ ਜੀ, ਦਿਲ ਛੋਟਾ ਹੈਗਾ ਇਹਨਾਂ ਦਾ ਜੀ। ਹਾਂਜੀ। ਸ਼੍ਰੀ ਮੁਖ ਤੇ ਤਬ ਬਾਕ ਬਖਾਨਿਓ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਸੰਦਾਂ ਨੂੰ ਇੰਜ ਕਹਿਣ ਲੱਗੇ। ਬੜੇ ਧਿਆਨ ਨਾਲ ਗੱਲ ਸੁਣਿਓ ਜੀ, ਇਹ ਸਾਡੇ ਸਾਰਿਆਂ ਵਾਸਤੇ ਹੈ ਜੀ। ਹਾਂਜੀ। ਪੂਰਨ ਖੀਸਾ ਨਿਤ ਸਤ ਗੁਰ ਕਉ। ਮਹਾਰਾਜ ਕਹਿੰਦੇ ਪੂਰਨ ਖੀਸਾ ਨਿਤ ਸਤ ਗੁਰ ਕਉ। ਖੀਸਾ ਕਿਹਨੂੰ ਕਹਿੰਦੇ ਆ? ਜੇਬ ਨੂੰ। ਮਹਾਰਾਜ ਕਹਿੰਦੇ ਮਸੰਦੋ, ਗੁਰੂ ਨਾਨਕ ਦੀ ਜੇਬ ਬੜੀ ਵੱਡੀ ਹੈਗੀ ਕਹਿਣ ਲੱਗੇ। ਹਾਂਜੀ। ਬਹੁਤ ਵੱਡੀ ਜੇਬ ਹੈਗੀ ਜੀ। ਉਹ ਪੁੱਛਦੇ ਸੀ ਨਾ ਜਦੋਂ ਦਿੱਲੀ ਲੰਗਰ ਚੱਲਿਆ ਵੀ ਕਿੰਨਾ ਕੁ ਚਿਰ ਚੱਲੇਗਾ, ਉਹ ਕਹਿੰਦੇ 500-550 ਸਾਲ ਹੋ ਗਏ ਚੱਲਣ ਦਿਆ ਹੈ, ਅੱਗੋਂ ਹੁਣ ਪਤਾ ਨਹੀਂ ਕਿੰਨਾ ਚਿਰ ਚੱਲੇ ਜੀ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜੇਬਾ ਨਾ ਜਿਹੜਾ, ਇਹ ਬੜਾ ਵੱਡਾ ਹੈ। ਹਾਂਜੀ। ਕਰਹੁ ਉਦਾਰ ਆਪਨੇ ਉਰ ਕੋ। ਥੋੜਾ ਆਪਣੇ ਦਿਲਾਂ ਨੂੰ ਵੱਡਿਆਂ ਕਰੋ ਕਹਿਣ ਲੱਗੇ, ਦਿਲ ਵੱਡੇ ਕਰੋ, ਇਸ ਤਰ੍ਹਾਂ ਨਾ ਕਰੋ। ਹਾਂਜੀ। ਹਾਥ ਤੁਮਾਰੇ ਖਰਚ ਹੋ ਨੀਤ। ਤੇ ਤੁਹਾਡੇ ਹੱਥ 'ਚ ਗੁਰੂ ਨਾਨਕ ਸਾਹਿਬ ਨੇ ਮਾਇਆ ਦਿੱਤੀ ਹੈ, ਜਿੰਨੀ ਮਰਜ਼ੀ ਵਰਤੋ ਕਹਿਣ ਲੱਗੇ। ਹਾਂਜੀ। ਸ਼ਰਧਾ ਧਰੋ ਕਰੋ ਥਿਰ ਚੀਤ। ਸ਼ਰਧਾ ਰੱਖੋ, ਆਪਣਾ ਚਿੱਤ ਨਾ ਡੁਲਾਇਓ ਕਹਿਣ ਲੱਗੇ। ਹਾਂਜੀ। ਟੋਟ ਨਹੀਂ ਕਬ ਇਸ ਕੋ ਹੋਏ। ਤੁਹਾਨੂੰ ਮਾਇਆ ਦੀ ਤੋਟ ਨਹੀਂ ਆਏਗੀ ਹਰਿਮੰਦਰ ਸਾਹਿਬ ਵਾਸਤੇ, ਮਾਇਆ ਦੀ ਤੋਟ ਨਹੀਂ ਆਏਗੀ। ਉੱਥੇ ਤਾਂ ਅੱਜ ਵੀ ਨਹੀਂ ਤੋਟਦੀ। ਸ਼ੰਕਾ ਮਨ ਮਹਿ ਕਰੋ ਨਾ ਕੋਏ। ਸ਼ੰਕਾ ਨਾ ਕਰੋ, ਮਾਇਆ ਬਹੁਤ ਆਏਗੀ ਕਹਿਣ ਲੱਗੇ। ਸੇਵਾ ਕਰਾਓ, ਕੰਮ ਵਧੀਆ ਕਰਾਓ ਮਹਾਰਾਜ ਕਹਿਣ ਲੱਗੇ। ਅੱਜ ਵੀ ਇਸ ਤਰ੍ਹਾਂ ਹੁੰਦਾ ਜੀ, ਅੱਜ ਵੀ ਬੜੀ ਫੌਜ ਐਸੀ ਹੈ। ਮਹਾਰਾਜ ਕਹਿੰਦੇ ਵਧੀਆ ਕੰਮ ਕਰਾਓ, ਸਿੱਖ ਫਾਰਮੈਲਿਟੀ ਜੀ ਕਰਕੇ ਡੰਗ ਹੀ ਟਪਾਉਂਦੇ ਆ ਜੀ। ਹਾਂਜੀ। ਸਤਿਗੁਰ ਇਮ ਕਹਿ ਬਹੁ ਸਮਝਾਏ, ਤਉ ਮਸੰਦਨ ਸਰਦਾ ਲਿਆਏ। ਜਦੋਂ ਮਹਾਰਾਜ ਨੇ ਬਚਨ ਕੀਤੇ ਨਾ ਜੀ, ਥੋੜੇ ਦਿਨਾਂ ਲਈ ਉਹਨਾਂ ਦੇ ਮਨ 'ਚ ਸ਼ਰਧਾ ਆ ਗਈ ਜੀ, ਥੋੜੇ ਦਿਨਾਂ ਲਈ ਜੀ।
ਹਾਂਜੀ। ਕਹਿਨ ਲਗੇ ਜਿਉ ਜਿਉ ਧਨ ਆਵਹਿ, ਤਿਉ ਤਿਉ ਸਰ ਕੀ ਕਾਰ ਕਰਾਵਹਿ। ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਫਿਰ ਠੀਕ ਆ, ਤੁਸੀਂ ਮਾਇਆ ਭੇਜੀ ਜਾਓ, ਅਸੀਂ ਕੰਮ ਕਰਾਈ ਜਾਵਾਂਗੇ। ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਅਰਜਨ ਸਾਹਿਬ ਇੰਨੇ ਵੱਡੇ ਕੰਧ ਵੱਲ ਵੇਖਣ ਸੋਨੇ ਦੀ ਬਣਾ ਦੇਣ ਜੀ। ਹਾਂਜੀ, ਕਿਸੇ ਦੀ ਜੇਬ ਚ ਪਾਰਸ ਹੋਵੇ ਤਾਂ ਪੈਸਿਆਂ ਨੂੰ ਲੱਭਦਾ ਫਿਰੇ, ਮੂਰਖਤਾ ਹੀ ਹੈ ਨਾ ਜੀ। ਹਾਂਜੀ। ਇਕ ਦੋਏ ਦਿਨ ਚੂਨਾ ਬਹੁ ਲਾਗਿਓ, ਬਹੁਰ ਬਰਜ ਦੀਨਸ ਲਬ ਜਾਗਿਓ। ਉਹ 4-5 ਦਿਨ, ਕਵੀ ਜੀ ਨੇ ਤਾਂ 2 ਦਿਨ ਹੀ ਲਿਖਿਆ ਜੀ, 1-2 ਦਿਨ ਹੀ ਖੂਬ ਚੂਨਾ ਲਾਇਆ ਜੀ ਉਹਨਾਂ ਨੇ। ਜਿੰਨੀਆਂ ਪੌੜੀਆਂ ਬਣ ਰਹੀਆਂ ਜੀ, ਥੱਲੋਂ ਲੈ ਕੇ ਉੱਤੋਂ ਤੱਕ ਚੂਨਾ ਹੀ ਲਾਉਂਦੇ ਜੀ। ਚੂਨਾ ਬਹੁਤ ਪੱਕਾ ਹੁੰਦਾ ਜੀ। ਹਾਂਜੀ, ਆਹ ਹੁਣ ਵਾਲੇ ਘਰਾਂ 'ਚ ਤੇ ਪੁਰਾਣੇ ਬਣੇ ਘਰਾਂ 'ਚ ਫਰਕ ਹੈ ਜੀ। ਹਾਂਜੀ, ਚੂਨਾ ਬਹੁਤ ਪੱਕਾ ਹੁੰਦਾ ਜੀ। 2 ਦਿਨ ਤੇ ਖੂਬ ਚੂਨਾ ਲਾਇਆ ਜੀ ਉਹਨਾਂ ਨੇ, ਗੱਜ ਕੇ ਆਖੋ ਵਾਹਿਗੁਰੂ। ਪਰ 2 ਕੁ ਦਿਨ ਬਾਅਦ ਫਿਰ ਲਾਲਚ ਆ ਗਿਆ ਜੀ ਮਨ 'ਚ, ਵੀ ਮਾਇਆ ਬਚਾ ਲਈਏ, ਚੂਨੇ ਤੇ ਪੈਸੇ ਬਹੁਤ ਲੱਗਦੇ ਨੇ। ਹਾਂਜੀ। ਏਕ ਈਂਟ ਹੀ ਬਹੁਰ ਲਗਵੈ। ਉਹ ਫਿਰ ਉਹੋ ਹੀ ਕੰਮ ਸ਼ੁਰੂ ਕਰ ਦਿੱਤਾ ਜੀ। ਥੱਲੇ ਗਾਰਾ, ਉੱਤੇ ਚੂਨਾ ਲਾਤਾ ਜੀ। ਥੱਲੇ ਗਾਰੇ ਦੀਆਂ ਇੱਟਾਂ, ਉੱਤੇ ਚੂਨਾ। ਹਾਂਜੀ। ਪੀਛੇ ਕਰਦਮ ਸਗਰੋ ਪਾਵੈ। ਵਿੱਚ ਗਾਰੇ ਨਾਲ ਹੀ ਚਿਣੀ ਜਾਂਦੇ ਆ, ਫਿਰ ਉਹ ਕੰਮ ਸ਼ੁਰੂ ਕਰ ਦਿੱਤਾ ਜੀ। ਹਾਂਜੀ। ਖਰੇ ਮਸੰਦ ਕਾਰ ਕਰਵਾਵੈ। ਤੇ ਸਾਰੀ ਦਿਹਾੜੀ ਨਾ ਜੀ ਕਾਰੀਗਰਾਂ ਦੇ ਸਿਰ ਤੇ ਖਲੋ ਕੇ ਕੰਮ ਕਰਾਉਂਦੇ ਪਸੰਦ। ਹਾਂਜੀ। ਧਨ ਲਗ ਲਗਹਿ ਤਥਾ ਸਮੁਝਾਵੈ। ਤੇ ਕਾਰੀਗਰਾਂ ਨੂੰ ਪਤਾ ਕੀ ਕਹਿੰਦੇ ਆ, ਉਸ ਹਿਸਾਬ ਨਾਲ ਕੰਮ ਕਰੋ, ਮਾਇਆ ਥੋੜੀ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਨੂੰ ਪਤਾ ਨਹੀਂ ਨਾ ਇਹ ਪੌੜੀਆਂ ਜੁਗਾਂ ਜੁਗਾਂ ਤੱਕ ਰਹਿਣੀਆਂ। ਹਾਂਜੀ, ਇੱਥੋਂ ਤੱਕ ਗੁਰੂ ਸਾਹਿਬ ਨੇ ਉਹਨਾਂ ਦੀਆਂ ਲਵਾਈਆਂ ਇੱਟਾਂ ਪਟਵਾਈਆਂ ਸਾਰੀਆਂ ਜੀ, ਜਿੰਨੀਆਂ ਉਹਨਾਂ ਲਵਾਈਆਂ ਸਨ ਨਾ ਗਾਰੇ ਨਾਲ, ਉਹ ਪਟਵਾਈਆਂ ਸਾਰੀਆਂ। ਫਿਰ ਮਹਾਰਾਜ ਨੇ ਚੂਨੇ ਦੇ ਨਾਲ ਪੱਕੀਆਂ ਕਰਵਾਈਆਂ ਜੀ। ਮਸੰਦਾਂ ਨੂੰ ਸੋਝੀ ਨਹੀਂ ਹੈਗੀ, ਉਹ ਕਹਿੰਦੇ ਛੇਤੀ ਛੇਤੀ ਕਰੋ, ਔਰ ਇਹ ਧਿਆਨ ਰੱਖਿਓ ਮਾਇਆ ਥੋੜੀ ਲੱਗੇ, ਘੱਟ ਹੀ ਖਰਚਾ ਹੋਵੇ। ਹਾਂਜੀ। ਨਿਕਟ ਤਿਨਹੁ ਕੇ ਥਿਤ ਨਿਤ ਰਹੈ, ਕਰਹਿ ਕਾਰ ਸਰ ਜੋ ਸੋ ਜਿਮ ਕਹੈ। ਸੋ ਇਸ ਤਰੀਕੇ ਨਾਲ ਉਹ ਸਰੋਵਰ ਦੇ ਲਾਗੇ ਲਾਗੇ ਰਹਿੰਦੇ ਜੀ। ਮਸੰਦਾਂ, ਵਾਹਿਗੁਰੂ ਕਾਰੀਗਰਾਂ ਦੇ ਸਿਰ ਤੇ ਮਸੰਦ ਖਲੋਤੇ ਰਹਿੰਦੇ ਆ, ਇਹ ਕਿਤੇ ਜ਼ਿਆਦਾ ਚੂਨਾ ਨਾ ਲਾ ਦੇਣ। ਗੱਜ ਕੇ ਆਖੋ ਵਾਹਿਗੁਰੂ। ਉਂਝ ਹੁਣ ਜਿਹੜਾ ਠੱਗੀ ਮਾਰੇ ਉਹਨੂੰ ਕਹਿੰਦੇ ਚੂਨਾ ਮਾਰ ਗਿਆ, ਚੂਨਾ ਲਾ ਗਿਆ ਜੀ। ਪਰ ਚੂਨਾ ਲਾਉਣਾ ਅਸਲ 'ਚ ਹੋਰ ਗੱਲ ਹੈ ਜੀ। ਹਾਂਜੀ। ਦੇਨ ਲੈਨ ਸਗਲੋ ਵਿਵਹਾਰ, ਕਰਹਿ ਮਸੰਦ ਸਦਾ ਅਸਕਾਰ। ਹਾਂਜੀ। ਸਿੱਖ ਕਰਹਿ ਸੇਵਾ ਢਿਗ ਹੀਰੈ। ਉਹ ਫਿਰ ਸਿੱਖ ਸੇਵਾ ਵੇਖਦੇ ਹੁੰਦੇ ਸੀਗੇ ਲਾਗੇ, ਵੀ ਮਸੰਦ ਫਿਰ ਗਾਰਾ ਲਵਾਉਣ ਲੱਗ ਪਏ ਆ। ਹਾਂਜੀ। ਮਨ ਅਨਖਾਏ ਸੋ ਕੁਪਹਿ ਕਨੇਰਾ। ਅਨਖਾਏ ਦਾ ਮਤਲਬ ਹੁੰਦਾ ਖਿੱਚਣਾ। ਉਹ ਫਿਰ ਸਿੱਖ ਖਿੱਚਦੇ ਹੁੰਦੇ ਸੀਗੇ ਜੀ। ਇੰਨਾ ਵੱਡਾ ਗੁਰੂ ਸਾਹਿਬ ਦਰ ਬਣਵਾ ਰਹੇ, ਸਰੋਵਰ ਬਣਵਾ ਰਹੇ, ਮਸੰਦ ਕਿਉਂ ਕੰਜੂਸੀ ਕਰ ਰਹੇ ਆ। ਹਾਂਜੀ। ਕਹਿਓ ਨਾ ਮਾਨੈ ਕਿਸ ਕੋ ਸੋਈ। ਹਾਂਜੀ। ਕਰਹਿ ਆਪਣੇ ਚਿਤ ਹੋਏ ਜੋਈ। ਇਹ ਮਨ ਮਰਜ਼ੀ ਕਰਨ ਲੱਗ ਪਏ ਆ ਮਸੰਦ। ਹਾਂਜੀ। ਪੁਨ ਸਤਗੁਰ ਢਿਗ ਸਿੱਖ ਕਹੰਤੇ, ਅਬ ਮਸੰਦ ਨਿਜ ਮਤ ਬਰਤੰਤੇ। ਗੱਜ ਕੇ ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਮਹਾਰਾਜ ਕੋ ਸਿੱਖ ਫੇਰ ਆਏ। ਮਹਾਰਾਜ ਉਹ ਮਸੰਦਾਂ ਨੇ ਫਿਰ ਕੰਮ ਸ਼ੁਰੂ ਕਰ ਦਿੱਤਾ ਜੇ। ਮਹਾਰਾਜ ਕਹਿੰਦੇ ਹੁਣ ਕੀ ਹੋ ਗਿਆ? ਕਹਿੰਦੇ ਮਹਾਰਾਜ ਹੁਣ ਫਿਰ ਥੱਲੇ ਕਾਰਾ, ਉੱਤੇ ਚੂਨਾ ਚੱਲਣ ਲੱਗ ਪਿਆ। ਮਹਾਰਾਜ ਧੋਖਾ ਕਰ ਰਹੇ ਆ। ਸੱਚੇ ਪਾਤਸ਼ਾਹ ਮਸੰਦ ਫਿਰ ਖੁਟਿਆਈ ਕਰਨ ਲੱਗ ਪਏ। ਹਾਂਜੀ। ਸੁਨ ਸਿੱਖਿਅਨ ਤੇ ਪੁਨ ਬੁਲਵਾਏ। ਮਹਾਰਾਜ ਕਹਿੰਦੇ ਭਾਈ ਮਸੰਦਾਂ ਨੂੰ ਫਿਰ ਸੱਦ ਕੇ ਲੈ ਕੇ ਆਓ। ਮਸੰਦ ਫਿਰ ਆਏ ਜੀ ਦੁਬਾਰਾ। ਹਾਂਜੀ। ਨਿਕਟ ਦੇਖ ਕਰ ਗੁਰ ਫੁਰਮਾਏ। ਮਹਾਰਾਜ ਮਸੰਦਾਂ ਨੂੰ ਫਿਰ ਸਮਝਾਉਣ ਲੱਗੇ ਜੀ। ਹਾਂਜੀ। ਤਾਲ ਰਚਨ ਮਹਿ ਦੰਭ ਨ ਕਰੀਐ। ਮਹਾਰਾਜ ਕਹਿੰਦੇ ਸਰੋਵਰ ਬਹੁਤ ਮਹਾਨ ਹੈ, ਇਹ ਗੁਰੂ ਰਾਮਦਾਸ ਜੀ ਦਾ ਸਰੀਰ ਹੈ, ਇਸ ਕੰਮ 'ਚ ਕਪਟ ਨਾ ਕਰੋ ਕਹਿਣ ਲੱਗੇ। ਹਾਂਜੀ। ਇਹ ਸਤਿਗੁਰ ਕੋ ਸਦਨ ਵਿਚਰੀਐ। ਇਹਨੂੰ ਮਹਾਰਾਜ ਦਾ ਬਦਨ ਵੀ, ਸਰੀਰ ਵੀ ਸਮਝੋ, ਤੇ ਇਹਨੂੰ ਮਹਾਰਾਜ ਦਾ ਘਰ ਵੀ ਸਮਝੋ ਕਹਿਣ ਲੱਗੇ। ਹਾਂਜੀ।
ਕਿਉ ਸਰਫਾ ਤੁਮ ਡਰ ਕਰ ਧਰੋ। ਵੇਖ ਕਈ ਬੰਦਿਆਂ ਦਾ ਸੁਭਾਅ ਹੁੰਦਾ ਜੀ, ਮਾਇਆ ਬਹੁਤ ਜ਼ਿਆਦੀ ਹੁੰਦੀ ਫਿਰ ਵੀ ਕੰਜੂਸੀ ਕਰਦੇ ਜੀ ਉਹ ਜੀ। ਤੁਸੀਂ ਆਮ ਪਰਿਵਾਰਾਂ 'ਚ ਵੇਖ ਲਓ ਜੀ। ਹਾਂਜੀ, ਐਸੀ ਗੱਲ ਨਹੀਂ ਹੁੰਦੀ ਵੀ ਮਾਇਆ ਨਹੀਂ ਹੁੰਦੀ ਜੀ, ਮਾਇਆ ਤੇ ਖੂਬ ਹੁੰਦੀ ਹੈ। ਹਾਂਜੀ, ਪਰ ਜਿੱਥੇ 10 ਰੁਪਏ ਖਰਚਣੇ ਉਹ 1 ਰੁਪਈਆ ਖਰਚ ਕੇ ਹੀ ਸਾਰਦੇ ਆ ਜੀ। ਕੰਜੂਸ ਹੁੰਦੇ ਆ ਨਾ ਜੀ। ਕੰਜੂਸਾਂ ਦਾ ਹਿਸਾਬ ਸੁਣ ਲਓ ਜੀ। ਇੱਕ ਬੰਦਾ ਕੰਜੂਸ, ਉਹਦੇ ਘਰ ਪ੍ਰਾਹੁਣਾ ਆਇਆ ਜੀ। ਉਹਨੇ ਕਿਹਾ ਜੀ ਸ਼ਾਹ ਜੀ ਘਰ ਹੈਗੇ ਆ? ਤੇ ਦੂਜੇ ਕੰਜੂਸ ਨੇ ਆਖਿਆ ਵੀ ਨਹੀਂ ਨਹੀਂ ਹੈਗੇ। ਤੇ ਕਹਿੰਦਾ ਆ ਸੇਬ ਖਾ ਲਓ, ਹੱਥ ਦੇ ਨਾਲ ਨਾ ਸੇਬ ਦੀ ਸ਼ੇਪ ਬਣਾ ਕੇ ਵੀ ਆ ਸੇਬ ਖਾ ਲਓ। ਉਹਨੂੰ ਪਤਾ ਸੀ ਕੰਜੂਸਾਂ ਦਾ ਘਰ ਹੈਗਾ। ਕਹਿੰਦਾ ਨਹੀਂ ਜੀ ਨਹੀਂ, ਮੈਂ ਆਨੰਦ 'ਚ ਹੈਗਾ। ਉਹ ਚਲੇ ਗਿਆ। ਦੂਜਾ ਕੰਜੂਸ ਘਰ 'ਚ ਆਇਆ, ਕਹਿੰਦਾ ਭਾਈ ਤੈਨੂੰ ਮਿਲਣ ਇੱਕ ਬੰਦਾ ਆਇਆ ਸੀ। ਕਹਿੰਦਾ ਅੱਛਾ, ਕੁਝ ਸ਼ਿਕਾਇਤ ਨਹੀਂ ਉਹਨੂੰ? ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਮੈਂ ਇਸ ਤਰ੍ਹਾਂ ਕਰਕੇ ਨਾ ਸੇਬ ਦੀ ਸਲਾਹ ਮਾਰੀ ਸੀ, ਇਸ ਤਰ੍ਹਾਂ ਕਰਕੇ ਸੇਬ ਦੀ ਸਲਾਹ। ਕਹਿੰਦਾ ਇੰਨਾ ਵੱਡਾ ਸੇਬ ਕਿਉਂ ਖਵਾਉਣਾ ਸੀ, ਛੋਟਾ ਜਿਹਾ ਦੇਣਾ ਸੀਗਾ। ਕਹਿਣ ਲੱਗਾ ਹਾਂਜੀ ਅਜੇ ਇਸ ਤਰ੍ਹਾਂ ਹੀ ਕੀਤਾ ਜੀ, ਵੇਖੋ। ਕਹਿੰਦਾ ਏਡਾ ਵੱਡਾ ਕਿਉਂ ਕੀਤਾ, ਛੋਟਾ ਕਰਨਾ ਸੀਗਾ ਜੀ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਕਈ ਬੰਦੇ ਕਮਜ਼ੋਰੀ ਵਰਤਦੇ ਜੀ। ਸਭ ਕੁਝ ਹੁੰਦਿਆਂ ਸੁਣਦਿਆਂ ਜੀ। ਹਾਂਜੀ, ਇੱਕ ਬੰਦਾ ਸੂਮ ਤੇ ਇੱਕ ਕਿਰਪਨ, ਦੋਵੇਂ ਇਕੱਠੇ ਹੋ ਗਏ ਜੀ। ਤੇ ਬੜਾ ਕਿਰਪਨ ਬੈਠਾ ਨਾ ਜੀ। ਸੂਮ ਕਹਿੰਦੇ ਕੰਜੂਸ ਨੂੰ ਤੇ ਕਿਰਪਨ ਕਹਿੰਦੇ ਮਹਾ ਕੰਜੂਸ ਨੂੰ ਜੀ। ਤੇ ਕਿਰਪਨ ਬੰਦਾ ਬੈਠਾ ਉਦਾਸ ਹੋ ਕੇ, ਤੇ ਸੂਮ ਬੰਦਾ ਉਹਨੂੰ ਪੁੱਛਦਾ ਹੈ, ਸੂਮ ਕਹੈ ਸੁਨ ਕਿਰਪਨਾ ਤੂੰ ਕਿਉਂ ਪਿਆ ਉਦਾਸ? ਜਾਂ ਕਿਧਰੇ ਤੇਰਾ ਧਨ ਗਿਆ ਹੈ, ਜਾਂ ਕਰ ਬੈਠਾ ਹੈ ਦਾਨ। ਕਹਿੰਦਾ ਕੀ ਗੱਲ, ਕੋਈ ਮਾਇਆ ਗਵਾਚ ਗਈ ਇੰਨਾ ਉਦਾਸ ਹੈ, ਜਾਂ ਦਾਨ ਦੇਤਾ ਹੀ ਕਿਸੇ ਨੂੰ ਹੈ? ਦਾਨ ਦੇ ਕੇ ਵੀ ਸੂਮ ਬੰਦੇ ਪਿੱਛੋਂ ਪਛਤਾਉਂਦੇ ਨਾ ਜੀ, ਵੀ ਇੰਨਾ ਦਾਨ ਦੇ ਦਿੱਤਾ। ਅੱਗੋਂ ਕਿਰਪਨ ਕਹਿੰਦਾ ਨਾ ਕਿਧਰੇ ਮੇਰਾ ਧਨ ਗਿਆ, ਨਾ ਮੈਂ ਕੀਤਾ ਦਾਨ, ਨਾ ਤੇ ਮੇਰੇ ਪੈਸੇ ਹੀ ਗਵਾਚੇ ਤੇ ਨਾ ਮੈਂ ਦਾਨ ਦਿੱਤਾ ਹੈ। ਕਹਿੰਦਾ ਫਿਰ ਤੂੰ ਕਿਉਂ ਪਰੇਸ਼ਾਨ ਹੈ? ਕਹਿੰਦਾ ਦਾਨ ਦਿੰਦੇ ਨੂੰ ਵੇਖ ਕੇ ਖੁਸ਼ਕ ਹੋ ਗਏ ਮੇਰੇ ਪ੍ਰਾਣ। ਉਹ ਬੰਦਾ ਦਾਨ ਦੇ ਰਿਹਾ ਸੀ ਤੇ ਉਹਨੇ ਇੰਨੀ ਮਾਇਆ ਦਾਨ ਦੇ ਦਿੱਤੀ, ਮੈਨੂੰ ਤੇ ਚਿੰਤਾ ਲੱਗ ਪਈ ਵੀ ਉਹਨੇ ਇੰਨੀ ਕਿਉਂ ਦਾਨ ਦਿੱਤੀ ਹੈ। ਹਾਂਜੀ, ਆਪਣੀ ਜੇਬ ਚੋਂ ਕੁਝ ਵੀ ਨਹੀਂ ਗਿਆ ਜੀ, ਦਿੱਤਾ ਦੂਜੇ ਨੇ, ਪਰ ਕਿਰਪਨ ਐਵੇਂ ਚਿੰਤਤ ਹੋਈ ਬੈਠਾ ਹੈ ਜੀ। ਹੁੰਦਿਆਂ ਸੁਣਦਿਆਂ ਵੀ ਕਈ ਵਾਰੀ ਬੰਦਾ ਕੰਜੂਸੀ ਕਰ ਦਿੰਦਾ। ਗੱਜ ਕੇ ਆਖੋ ਵਾਹਿਗੁਰੂ। ਇਹ ਗੁਰੂ ਅਰਜਨ ਸਾਹਿਬ ਦਾ ਐਵੇਂ ਨਾ ਸਮਝੋ ਵੀ ਮਹਾਰਾਜ ਐਵੇਂ ਹੀ ਕਹਿ ਰਹੇ ਹੈ। ਮੇਰੇ ਸਾਹਮਣੇ ਦੀ ਗੱਲ ਹੈ ਜੀ, ਇਹਨੂੰ ਦੂਜੇ ਪਾਸੇ ਨਾ ਖੜਿਓ ਪਲੀਜ਼। ਮੇਰੇ ਸਾਹਮਣੇ ਦੀ ਗੱਲ ਹੈ ਜੀ। ਹਾਂਜੀ, ਹਲਵਾਈਆਂ ਦਾ ਘਰ ਜੀ, ਡੇਅਰੀ ਵਾਲਿਆਂ ਦਾ ਜੀ। ਉਹਨਾਂ ਦੇ ਘਰ ਸੰਗਤ ਆਈ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਸਾਉਣ ਦੇ ਵਿੱਚ ਆਉਂਦਾ ਜੀ, ਸਾਵਣ ਦੇ ਮਹੀਨੇ 'ਚ। ਤੇ ਖੀਰ ਪੂੜੇ ਬਣਾਏ ਜੀ ਉਹਨਾਂ ਨੇ। ਤੇ ਪੂੜੇ ਜਿਹੜੇ ਸੀ ਨਾ ਜੀ, ਉਹਨਾਂ ਨੇ ਰਿਫਾਈਂਡ 'ਚ ਬਣਾ ਦਿੱਤੇ ਜੀ। ਗੁਰਮੁਖਾਂ ਮਹਾਂਪੁਰਖਾਂ ਨੂੰ ਜਦੋਂ ਪਤਾ ਲੱਗਾ ਨਾ ਜੀ, ਮੇਰੇ ਸਾਹਮਣੇ ਦੀ ਗੱਲ ਹੈ ਜੀ, ਸਾਰਿਆਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਜੀ। ਉਹਨਾਂ ਨੇ ਬੇਇੱਜ਼ਤ ਕੀਤਾ ਵੀ ਤੁਸੀਂ ਘਿਓ ਵਾਲੇ ਹੋ ਕੇ, ਤੁਹਾਡੇ ਘਰ ਦੇਸੀ ਘਿਓ ਦੀ ਕਮੀ ਨਹੀਂ, ਤੁਸੀਂ ਰਿਫਾਈਂਡ 'ਚ ਕਿਉਂ ਬਣਾਇਆ ਸਾਰਾ ਕੁਝ? ਦੇਸੀ ਘਿਓ ਤੇ ਸ਼ੁੱਧ ਹੈ ਤੇ ਰਿਫਾਈਂਡ ਤੇ ਫਿਰ ਉਹੀ ਹੈ ਨਾ, ਤੁਸੀਂ ਰਿਫਾਈਂਡ 'ਚ ਕਿਉਂ ਬਣਾਇਆ? ਉਹ ਬੰਦੇ ਵੀ ਨਿੰਮੋ ਝੂਣੇ ਹੋਏ ਜੀ। ਤੇ ਮੈਂ ਪੁੱਛ ਬੈਠਾ ਜੀ, ਮੈਂ ਕਿਹਾ ਜੀ ਸਿਆਣੇ ਬਿਆਣੇ ਬੰਦੇ ਤੁਸੀਂ ਸਾਰਿਆਂ ਦੇ ਵਿੱਚ ਉਹਨਾਂ ਨੂੰ ਕਹਿ ਦਿੱਤਾ। ਕਹਿੰਦੇ ਗਿਆਨੀ ਜੀ ਗੱਲ ਧਿਆਨ ਨਾਲ ਸੁਣੋ। ਨਾਲੇ ਸਾਰੀ ਸੰਗਤ ਨੂੰ ਕਹਿਣ ਲੱਗ ਪਏ, ਕਹਿੰਦੇ ਜੋ ਹੁਣ ਖਵਾਓਗੇ ਉਹ ਅੱਗੇ ਖਾਓਗੇ। ਕੱਜ ਕੇ ਆਖੋ ਵਾਹਿਗੁਰੂ। ਜੋ ਹੁਣ ਖਵਾਓਗੇ ਉਹ ਅੱਗੇ ਖਾਓਗੇ। ਖਵਾਓ ਮਾੜਾ, ਖਾਓਗੇ ਵੀ ਮਾੜਾ ਹੀ ਕਹਿਣ ਲੱਗੇ। ਜੋ ਸੰਗਤ ਨੂੰ ਛਕਾ ਰਹੇ ਹੋ ਨਾ, ਅੱਗੇ ਜਾ ਕੇ ਜ਼ਰੂਰ ਮਿਲੇਗਾ ਉਹ ਜੀ, ਅੱਗੇ ਜਾ ਕੇ ਜ਼ਰੂਰ ਮਿਲੇਗਾ। ਜੇ ਗੁਰੂ ਨਾਨਕ ਦੀ ਸੰਗਤ ਨੂੰ ਮਾੜਾ ਪਦਾਰਥ ਛਕਾਓਗੇ, ਉਹ ਮਾੜਾ ਹੀ ਮਿਲੇਗਾ ਅੱਗੇ ਜਾ ਕੇ ਜੀ।
ਮੇਰੇ ਇੰਨੀ ਗੱਲ ਸੁਣ ਕੇ ਗੱਲ ਸਮਝ ਚ ਆ ਗਈ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਮੈਨੂੰ ਵੀ ਅਕਲ ਆ ਗਈ ਜੀ। ਸਾਰਿਆਂ ਨੂੰ ਪਤਾ ਲੱਗ ਗਿਆ ਜੀ। ਜੋ ਹੁਣ ਖਵਾਓਗੇ ਉਹ ਖਾਓਗੇ, ਬਸ ਇਸ ਗੱਲ ਨੂੰ ਚੇਤੇ ਰੱਖਿਓ। ਇਸ ਕਰਕੇ ਸੰਗਤ ਦੇ ਕਾਰਜ ਵਿੱਚ, ਗੁਰੂ ਘਰ ਦੇ ਕਾਰਜ ਵਿੱਚ ਕੰਜੂਸੀ ਨਹੀਂ ਕਰਨੀ ਚਾਹੀਦੀ ਜੀ। ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਜੀ। ਹਾਂਜੀ, ਚੂਨੋ ਸਰਬ ਲਗਾਵਨ ਕਰੋ। ਮਹਾਰਾਜ ਕਹਿੰਦੇ ਤੁਸੀਂ ਮਾਇਆ ਖਰਚਣ ਤੋਂ ਡਰਦੇ ਕਿਉਂ ਹੋ? ਕਹਿਣ ਲੱਗੇ ਚੂਨਾ ਲਵਾਓ, ਪੱਕਾ ਕਰੋ ਕੰਮ ਸਾਰਾ। ਹਾਂਜੀ, ਧਨ ਕੀ ਕਮੀ ਨ ਕੋ ਰਹਿ। ਤੁਹਾਨੂੰ ਕਿਹਾ ਭਰੋਸਾ ਰੱਖੋ, ਮਾਇਆ ਆਪੇ ਹੀ ਤੁਰੀ ਆਉਣੀ ਹੈ, ਮਾਇਆ ਦੀ ਕਮੀ ਨਹੀਂ ਹੈਗੀ। ਹਾਂਜੀ, ਸ਼ਰਧਾ ਧਰਹਿ ਸੇਵ ਜੋ ਗਹਿ। ਤੇ ਸ਼ਰਧਾ ਦੇ ਨਾਲ ਸੇਵਾ ਕਰਾਓ। ਜਿਹੜਾ ਸ਼ਰਧਾ ਨਾਲ ਸੇਵਾ ਕਰਾਉਂਦਾ ਉੱਥੇ ਮਾਇਆ ਦੀ ਕਮੀ ਨਹੀਂ ਹੁੰਦੀ। ਹਾਂਜੀ, ਸੁਨ ਮਸੰਦ ਗਨ ਬਾਕ ਬਖਾਨਿਓ। ਇਹ ਸੁਣ ਕੇ ਮਸੰਦਾਂ ਨੇ ਸਿੱਖਿਆ ਨ ਕਛੂ ਭੇਵ ਨਹਿ ਜਾਣਿਓ। ਮਸੰਦ ਕਹਿਣ ਲੱਗੇ ਮਹਾਰਾਜ ਸਿੱਖ ਐਵੇਂ ਹੀ ਤੁਹਾਨੂੰ ਕਹਿ ਜਾਂਦੇ ਆ ਕੇ, ਗੱਜ ਕੇ ਆਖੋ ਵਾਹਿਗੁਰੂ। ਸ਼ਰਧਾ ਰੱਖਣੀ ਵੀ ਬੜੀ ਔਖੀ ਹੈ ਨਾ ਜੀ। ਮਹਾਰਾਜ ਸਿੱਖ ਐਵੇਂ ਹੀ ਤੁਹਾਨੂੰ ਕਹਿ ਜਾਂਦੇ ਆ ਕੇ। ਹਾਂਜੀ, ਇੱਕ ਰਾਵਰ ਢਿਗ ਆਨ ਬਤਾਵੈ। ਦਰਬ ਮਸੰਦ ਨਹੀਂ ਸਰ ਲਾਵੈ। ਉਹ ਮਹਾਰਾਜ ਇੱਕ ਆ ਜਾਂਦਾ ਆਪ ਜੀ ਕੋ ਕਹਿ ਜਾਂਦਾ, ਅਸੀਂ ਗਾਰਾ ਲਾ ਦਿੰਦੇ, ਤੁਸੀਂ ਮਹਾਰਾਜ ਸਾਨੂੰ ਸੱਦ ਲੈਂਦੇ ਹੋ ਸੱਚੇ ਪਾਤਸ਼ਾਹ। ਹਾਂਜੀ, ਧਨ ਕੋ ਆਵਨ ਜਾਵਨ ਜੋਈ। ਤਿਸ ਗਤ ਕੋ ਨਹਿ ਜਾਣੈ ਕੋਈ। ਮਹਾਰਾਜ ਸਿੱਖਾਂ ਨੂੰ ਕੀ ਪਤਾ ਅਸੀਂ ਮਾਇਆ ਕਿਵੇਂ ਸਰਫੇ ਨਾਲ ਵਰਤ ਕੇ ਸਾਰੇ ਕੰਮ ਚਲਾ ਰਹੇ ਹਾਂ। ਇਹੋ ਬੰਦੇ ਨੂੰ ਭੁਲੇਖਾ ਹੁੰਦਾ ਵੀ ਸ਼ਾਇਦ ਗੁਰੂ ਘਰ ਦਾ ਪ੍ਰਬੰਧ ਮੈਂ ਚਲਾ ਰਿਹਾ ਹਾਂ। ਸੰਗਤ ਜੀ ਨਹੀਂ, ਜਿਹੜਾ ਘਰ ਗੁਰੂ ਦਾ ਹੈ ਨਾ ਉਹਦਾ ਪ੍ਰਬੰਧ ਬੰਦਾ ਨਹੀਂ ਚਲਾ ਸਕਦਾ, ਗੁਰੂ ਜੀ ਚਲਾਉਂਦੇ ਨੇ। ਹਾਂਜੀ, ਖਰਚ ਹਜ਼ਾਰੋਂ ਕੋ ਨਿਤ ਹੋਵੈ। ਹਾਂਜੀ, ਤਿਸ ਕੋ ਕਹੋ ਕੌਣ ਸਿੱਖ ਜੋਵੈ। ਹਾਂਜੀ, ਹਮ ਰਾਵਰ ਕੀ ਆਗਿਆ ਪਾਏ। ਹਾਂਜੀ। ਕਹਿ ਕਰ ਗਾਡੀ ਕਾਰ ਕਰਾਏ। ਮਹਾਰਾਜ ਅਸੀਂ ਠੀਕ ਕੰਮ ਕਰਾ ਰਹੇ, ਅਸੀਂ ਮਾਇਆ ਦੇ ਹਿਸਾਬ ਨਾਲ ਕੰਮ ਕਰਾ ਰਹੇ ਹਾਂ ਜੀ। ਹਾਂਜੀ, ਇਮ ਕਹਿ ਗਏ ਮਸੰਦ ਮਹਾਨੇ। ਇੱਕ ਦੋਏ ਦਿਨ ਆਛੀ ਗਤ ਖਾਨੇ। ਇਹ ਕਹਿ ਕੇ ਮਸੰਦ ਫਿਰ ਚਲੇ ਗਏ। 2 ਕੁ ਦਿਨ ਫਿਰ ਚੂਨਾ ਲਾਇਆ ਜੀ, ਚੰਗਾ ਕੰਮ ਕਰਾਇਆ ਜੀ, ਪੱਕੀਆਂ ਪੌੜੀਆਂ ਬਣਵਾਈਆਂ ਜੀ। ਹਾਂਜੀ, ਚੂਨਾ ਅਧਿਕ ਲਗਾਵਨ ਕੀਨਾ। ਕੁਛ ਕ ਤਰਾਸ ਗੁਰ ਦਿਸ ਕੋ ਚੀਨਾ। ਉਹ 2 ਕੁ ਦਿਨ ਤੇ ਮਹਾਰਾਜ ਕੋ ਡਰਦੇ ਰਹੇ ਜੀ ਉਹ। ਹਾਂਜੀ, ਕੇਤਕ ਦਿਨ ਚਿਨ ਵਾਵਤ ਰਹੇ। ਪੁਨਹਿ ਆਮਦਨ ਲਗ ਧਨ ਲਹੇ। ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਚੂਨੇ 'ਚ ਤੇ ਪੈਸੇ ਹੀ ਬੜੇ ਲੱਗਦੇ ਆ, ਮਾਇਆ ਹੀ ਬੜੀ ਲੱਗ ਜਾਂਦੀ ਹੈ। ਹਾਂਜੀ, ਕਰਨ ਲਗੇ ਤੈਸੀ ਬਿਦਕਾਰ। ਉਹ ਫਿਰ ਮਾਇਆ ਜੇ ਲੱਗ ਰਹੀ ਤੇ ਆ ਵੀ ਤੇ ਰਹੀ ਹੈ ਨਾ, ਪਰ ਉਹ ਫਿਰ ਗਾਰਾ ਲਵਾਉਣ ਲੱਗ ਪਏ ਜੀ ਵਿੱਚ ਜੀ। ਹਾਂਜੀ, ਲੱਗ ਚੂਨਾ ਇੱਕ ਈਂਟ ਮਝਾਰ। ਉਹ ਉੱਪਰ ਬਾਰੀ ਬਾਰੀ ਇੱਟਾਂ ਤੇ ਚੂਨਾ ਲਾ ਦਿੰਦੇ ਜੀ। ਹਾਂਜੀ, ਦੇਖ ਸਿੱਖ ਨਹਿ ਸਕੇ ਹੈ ਸਹਾਰੇ। ਸਿੱਖਾਂ ਨੂੰ ਫਿਰ ਬਰਦਾਸ਼ਤ ਨਾ ਹੋਇਆ ਜੀ। ਹਾਂਜੀ, ਸਤਿਗੁਰ ਵੱਡ ਬੁਨਿਆਦ ਉਚਾਰੇ। ਫਿਰ ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜੀ। ਹਾਂਜੀ, ਕਾਰ ਮਸੰਦ ਬਣਾਵਹਿ ਦੰਬਾ। ਦਿਸ ਦੋਨੋਂ ਤੇ ਹੋਏ ਅਚੰਬਾ। ਸੱਚੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਨੇ ਫਿਰ ਉਹੋ ਹੀ ਕੰਮ ਸ਼ੁਰੂ ਕਰ ਦਿੱਤਾ ਇਹਨਾਂ ਨੇ। ਹੁਣ ਤੀਜੀ ਵਾਰੀ ਸ਼ਿਕਾਇਤ ਆ ਗਈ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤ੍ਰੀਤੀ ਬਾਰ ਸੁਨ ਕਰ ਖੁਟਿਆਈ। ਕੁਛ ਰਸ ਕਰ ਗੁਰ ਗਿਰਾ ਅਲਾਈ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਵੇਖਿਆ ਵੀ ਇਹ ਖੁਟਿਆਈ ਕਰਨੋਂ ਨਹੀਂ ਹਟਦੇ ਜੀ। ਹਾਂਜੀ, ਸ਼੍ਰੀ ਅੰਮ੍ਰਿਤਸਰ ਕੀ ਬੁਨਿਆਦ। ਹਾਂਜੀ, ਭਈ ਸਥਿਰ ਕਬ ਹੋਏ ਨਾ ਬਾਦ। ਮਹਾਰਾਜ ਕਹਿਣ ਲੱਗੇ ਸੁਣ ਲਓ, ਅੰਮ੍ਰਿਤਸਰ ਦੀ ਬੁਨਿਆਦ ਤੇ ਪੱਕੀ ਹੈ। ਕਹਿਣ ਲੱਗੇ ਇਹਨੂੰ ਤਾਂ ਨਹੀਂ ਤੇ ਕੋਈ ਡੁਲਾ ਸਕਦਾ, ਭਾਵੇਂ ਮਸੰਦ ਜਿੰਨੀ ਮਰਜ਼ੀ ਖੁਟਿਆਈ ਕਰਕੇ ਕੱਚਾ ਕਰਨ, ਇਹ ਸਰੋਵਰ ਸਦਾ ਪੱਕਾ ਹੀ ਰਹਿਣਾ। ਕਹਿਣ ਲੱਗੇ ਹਾਂਜੀ, ਏਕ ਬਾਰ ਇਹ ਜਾਏ ਬੇਦਾਰਾ। ਬਨਹਿ ਨਵੀਨ ਫੇਰ ਸਰ ਸਾਰਾ। ਪਰ ਕੋਈ ਗੱਲ ਨਹੀਂ, ਹੁਣ ਸਮਾਂ ਆਏਗਾ ਮਸੰਦਾਂ ਦੀ ਖੁਟਿਆਈ ਕਰਕੇ ਇੱਕ ਵਾਰ ਸਰੋਵਰ ਪੂਰਿਆ ਜਾਏਗਾ ਸਾਰਾ। ਬਣਨ ਤੋਂ ਬਾਅਦ ਇੱਕ ਵਾਰ ਪੂਰਿਆ ਜਾਏਗਾ, ਉਹਦੇ ਤੋਂ ਬਾਅਦ ਫਿਰ ਇਹ ਕਹਿਣ ਲੱਗੇ ਨਵੇਂ ਸਿਰਿਓਂ ਬਣੇਗਾ, ਨਵੇਂ ਸਿਰਿਓਂ ਮਿੱਟੀ ਨਿਕਲੇਗੀ, ਨਵੇਂ ਸਿਰਿਓਂ ਬਣੇਗਾ, ਉਰੋਂ ਨਹੀਂ ਪੂਰਿਆ ਜਾਏਗਾ। ਗੱਜ ਕੇ ਆਖੋ
ਵਾਹਿਗੁਰੂ। ਤੇ ਸਾਧ ਸੰਗਤ ਜੀ ਫਿਰ ਇਹ ਮਹਾਰਾਜ ਦਾ ਬਚਨ ਸੱਚਾ ਹੋਇਆ ਜੀ। ਹਾਂਜੀ, ਅਬਦਾਲੀ ਨੂੰ ਪਤਾ ਲੱਗਾ ਸਿੱਖ ਕਿੱਥੋਂ ਸ਼ਕਤੀ ਪ੍ਰਾਪਤ ਕਰਦੇ ਆ। ਪਤਾ ਲੱਗਾ ਇੱਥੇ ਇਸ਼ਨਾਨ ਕਰਦੇ ਆ। ਉਸ ਦੁਸ਼ਟ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਚੋਂ ਪਾਣੀ ਕਢਾ ਕੇ ਮਿੱਟੀ ਪਵਾ ਦਿੱਤੀ ਸੀਗੀ ਜੀ। ਮਿੱਟੀ ਨਾਲ ਪੂਰਤਾ ਸੀਗਾ ਵੀ ਇਸ਼ਨਾਨ ਨਹੀਂ ਕਰਨ ਦੇਣਾ। ਇਹੋ ਖਬਰ ਬਾਬਾ ਦੀਪ ਸਿੰਘ ਜੀ ਕੋਲ ਪਹੁੰਚੀ ਸੀ ਤੇ ਬਾਬਾ ਜੀ ਆਏ ਸਨ ਜੀ। ਉਹ ਮਸੰਦਾਂ ਦੀ ਖੁਟਿਆਈ ਕਰਕੇ ਹੋਇਆ ਮਹਾਰਾਜ ਕਹਿੰਦੇ। ਹਾਂਜੀ, ਇਨਹਿ ਜੇ ਪੋਲ ਬਨਾਵਨ ਕੀਨਾ, ਪੋਲੇ ਜਰ ਆਪਣੀ ਕਰ ਲੀਨਾ। ਕੋਈ ਗੱਲ ਨਹੀਂ ਮਹਾਰਾਜ ਕਹਿਣ ਲੱਗੇ ਜੇ ਇਹਨਾਂ ਨੇ ਪੌੜੀਆਂ ਪੋਲੀਆਂ ਬਣਾਈਆਂ ਨਾ, ਪੋਲੀਆਂ, ਇਹਨਾਂ ਨੇ ਆਪਣੀ ਜੜ ਪੋਲੀ ਕਰ ਲਈ ਹੈ। ਕਹਿਣ ਲੱਗੇ ਇਹਨਾਂ ਮਸੰਦਾਂ ਦੀ ਜੜ ਪੋਲੀ ਹੋ ਗਈ ਹੈ। ਜੜ ਪੁੱਟੀ ਨਹੀਂ ਉਦੋਂ, ਜੜ ਫਿਰ 10ਵੇਂ ਪਾਤਸ਼ਾਹ ਨੇ ਪੁੱਟੀ ਦੀ, ਉਦੋਂ ਪੋਲੀ ਕਰਾਈ ਦੀ ਇਹਨਾਂ ਨੇ ਜੀ। ਹਾਂਜੀ, ਜਬ ਮਸੰਦ ਬਿਨ ਸੇ ਨਹਿ ਰਹੈ, ਸੰਗਤ ਬਿਖੈ ਨ ਢੋਈ ਲਹੈ। ਹਾਂਜੀ, ਤਬ ਮੇਰੇ ਸਿੱਖ ਹੋਏ ਬਿਸਾਲਾ, ਕਾਰ ਸੰਭਾਲਹਿ ਗੇ ਤਿਸ ਕਾਲਾ। ਹੁਣ ਸਰੋਵਰ ਦੀ ਮੁੜ ਸੇਵਾ ਉਹ ਸਿੱਖ ਕਰਾਉਣਗੇ ਜਿਹੜੇ ਮਸੰਦ ਨਹੀਂ ਹੋਣਗੇ। ਜਦੋਂ ਸਿੱਖ ਮਸੰਦ ਨਹੀਂ ਨਾ ਰਹਿਣਗੇ, ਸਿੱਖ ਹੀ ਰਹਿ ਜਾਣਗੇ, ਉਦੋਂ ਫਿਰ ਸਰੋਵਰ ਦੀ ਸੇਵਾ ਮੇਰੇ ਸਿੱਖ ਕਰਾਉਣਗੇ। ਕਹਿਣ ਲੱਗੇ ਤੇ ਮਿਸਲਾਂ ਦੇ ਸਮੇਂ ਫਿਰ ਸਰੋਵਰ ਨੂੰ ਖੁਦਵਾਇਆ ਵੀ ਗਿਆ, ਦੁਬਾਰਾ ਸਰੋਵਰ ਨੂੰ ਦੁਬਾਰਾ ਬਣਾਇਆ ਗਿਆ। ਉਸੇ ਪੌੜੀਆਂ ਦੇ ਨਕਸ਼ੇ ਤੇ ਫਿਰ ਪੌੜੀਆਂ ਬਣਵਾਈਆਂ ਗਈਆਂ ਜੀ। ਇਹ ਫਿਰ ਮਹਾਰਾਜ ਦਾ ਬਚਨ ਸੱਚ ਹੋਇਆ ਜੀ। ਹਾਂਜੀ, ਈਂਟ ਸੋ ਚੂਨਾ ਅਧਿਕ ਲਗਾਵਹਿ, ਪਵਰੀ ਪਾਕੀ ਪਰਮ ਬਣਾਵਹਿ। ਉਹ ਫਿਰ ਇੱਟਾਂ ਚੂਨਾ ਲਾਉਣਗੇ ਤੇ ਚੰਗੀ ਤਰ੍ਹਾਂ ਪੱਕਾ ਕੰਮ ਕਰਨਗੇ। ਫਿਰ ਕਹਿਣ ਲੱਗੇ ਹਾਂਜੀ, ਸਰ ਕੀ ਜਰਾ ਸਥਿਰ ਜੋ ਕਰੈ, ਆਪਨ ਸਥਿਰਤਾ ਕੋ ਸੋ ਭਰੈ। ਵਾਹ 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 ਵਾਹ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹਨਾਂ ਸਰੋਵਰ ਬਣਾਉਂਦਿਆਂ ਇੱਟਾਂ ਪੋਲੀਆਂ ਰੱਖੀਆਂ, ਕੱਚੀਆਂ ਰੱਖੀਆਂ, ਗਾਰਾ ਲਾਇਆ, ਇਹਨਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ। ਜਿਹੜੇ ਸਰੋਵਰ ਦੀਆਂ ਜੜ੍ਹਾਂ ਨੂੰ ਪੱਕਿਆਂ ਕਰਨਗੇ, ਸਰੋਵਰ ਨੂੰ ਪੱਕਿਆਂ ਬਣਾਉਣਗੇ ਨਾ, ਉਹਨਾਂ ਦੀਆਂ ਜੜ੍ਹਾਂ ਪੱਕੀਆਂ ਹੋ ਜਾਣਗੀਆਂ। ਕਹਿਣ ਲੱਗੇ ਉਹ ਸਾਧ ਸੰਗਤ ਜੀ ਅੱਜ ਤੱਕ ਉਹਨਾਂ ਦੇ ਖਾਨਦਾਨ ਚੱਲਦੇ ਨਹੀਂ, ਮਿਸਲਾਂ ਵਾਲੇ ਸਰਦਾਰਾਂ ਦੇ ਜੀ। ਹਾਂਜੀ, ਦੰਬ ਮਸੰਦਨ ਕੀਨ ਜੋ ਤਾਲਾ, ਜੜ ਨਾ ਰਹੈ ਇਨ ਕੀ ਚਿਰ ਕਾਲਾ। ਬਹੁਤਾ ਲੰਮਾ ਸਮਾਂ ਮਸੰਦ ਨਹੀਂ ਰਹਿਣਗੇ। ਕਹਿਣ ਲੱਗੇ ਹਾਂਜੀ, ਪੂਰਬ ਇਨਕੋ ਬ੍ਰਿੰਦ ਬਿਨਾਸੈ, ਪੁਨ ਸਰ ਢਹਿ ਕਰ ਬਨਹਿ ਪ੍ਰਕਾਸ਼। ਪਹਿਲਾਂ ਇਹਨਾਂ ਦਾ ਨਾਸ਼ ਹੋਏਗਾ, ਸਮੇਂ ਨਾਲ ਸਰੋਵਰ ਪੂਰਿਆ ਜਾਏਗਾ, ਫਿਰ ਬਣ ਜਾਏਗਾ ਜੀ। ਇਹ ਬਚਨ ਸੱਚੇ ਪਾਤਸ਼ਾਹ ਜੀ ਨੇ ਕੀਤਾ। ਸਾਧ ਸੰਗਤ ਜੀ, ਜਦੋਂ ਮਹਾਰਾਜ ਬਚਨ ਕਰਨ ਦੇ ਸਨ ਨਾ, ਇੱਕ ਸਿੱਖ ਬਾਹਰੋਂ ਆਇਆ ਜੀ, ਦੂਰੋਂ। ਉਹ ਬੜੀ ਸ਼ਰਧਾ ਦੇ ਨਾਲ ਆਇਆ ਦਰਸ਼ਨ ਕਰਨ ਵਾਸਤੇ। ਉਹਨੇ ਵੇਖਿਆ ਵੀ ਆਉਂਦਿਆਂ ਨੂੰ ਮਹਾਰਾਜ ਸਖਤ ਬਚਨ ਕਰਨ ਦੇ ਆ। ਉਹ ਸੰਗਤ ਵਿੱਚ ਤੇ ਬਹਿ ਗਿਆ, ਪਰ ਉਹਦੇ ਮਨ 'ਚ ਸ਼ੰਕਾ ਆ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਸਖਤ ਬਚਨ ਕਰਨ ਦੇ, ਮੈਂ ਤੇ ਸੁਣਿਆ ਸੀ ਸ਼ਾਂਤੀ ਦੇ ਪੁੰਜ ਨੇ। ਹੁਣ ਉਹਨੂੰ ਨਹੀਂ ਨਾ ਪਤਾ ਵੀ ਤੀਜੀ ਵਾਰੀ ਸਮਝਾਉਣ ਤੇ ਵੀ ਉਹਨਾਂ ਮਾੜਾ ਕੰਮ ਕੀਤਾ ਜੀ। ਉਹ ਸੋਚਦਾ ਵੀ ਮੈਂ ਸੁਣਿਆ ਸੀ ਗੁਰੂ ਅਰਜਨ ਸਾਹਿਬ ਸ਼ਾਂਤੀ ਦੇ ਪੁੰਜ ਨੇ, ਇੱਥੇ ਤੇ ਗੁਰੂ ਅਰਜਨ ਦੇਵ ਮਹਾਰਾਜ ਝਿੜਕਾਂ ਮਾਰਨ ਦੇ ਆ, ਦੂਜੇ ਬਚਨ ਕਰਨ ਦੇ। ਉੱਥੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਜੀ ਉਹਦੇ ਮਨ ਦਾ ਸ਼ੰਕਾ ਵੇਖ ਕੇ ਉਹਨੂੰ ਅੱਗੇ ਸੱਦਿਆ। ਕਹਿੰਦੇ ਅੱਗੇ ਆ। ਅੱਗੇ ਆਇਆ, ਮਹਾਰਾਜ ਨੇ ਸ਼ਬਦ ਉਚਾਰਿਆ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਇਸ ਸ਼ਬਦ ਵਿੱਚ ਪੰਕਤੀਆਂ ਆਉਂਦੀਆਂ ਨੇ ਜੀ, ਮੁਖ ਕੀ ਬਾਤ ਸਗਲ ਸਿਓ ਕਹਿਤਾ, ਮੁਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਮਹਾਰਾਜ ਉਸ ਸਿੱਖ ਨੂੰ ਕਹਿੰਦੇ ਮੈਂ ਮੁੱਖੋਂ ਗੱਲਾਂ ਕਰਨ ਦਿਆਂ ਸਾਰਿਆਂ ਨਾਲ, ਮਨ ਮੇਰਾ ਪਰਮੇਸ਼ਰ ਨਾਲ ਹੀ ਹੈਗਾ। ਕਹਿਣ ਲੱਗੇ ਉਤੋਂ ਉਤੋਂ ਕਹਿਣਾ ਪੈਂਦਾ। ਕਹਿਣ ਲੱਗੇ ਸਾਨੂੰ ਦੀ ਸਾਬਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਮਹਾਰਾਜ ਕਹਿੰਦੇ ਵੇਖਣ ਵਿੱਚ ਤੇ ਮੈਂ ਝਿੜਕਾਂ ਮਾਰ ਰਿਹਾ ਨਾ, ਇਹ ਮੇਰੀ ਮਜਬੂਰੀ ਹੈ, ਉਂਝ ਮੈਂ ਸਾਰੇ ਸਿੱਖਾਂ ਦੇ ਚਰਨਾਂ ਦੀ ਧੂੜ ਆ। ਕਹਿਣ ਲੱਗੇ ਮਹਾਰਾਜ ਨੇ ਉਹਨੂੰ ਸ਼ਬਦ ਉਚਾਰ ਕੇ ਸੁਣਾਇਆ ਜੀ, ਦੀ ਸਾਬਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ।
ਜਦੋਂ ਉਹਨੇ ਮਹਾਰਾਜ ਜੀ ਦੇ ਮੁਖੋਂ ਸ਼ਬਦ ਸੁਣਿਆ, ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਨ ਦੀ ਗੱਲ ਜਾਣ ਲਈ ਤੇ ਵਾਕਈ ਸ਼ਾਂਤੀ ਦੇ ਪੁੰਜ ਨੇ। ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਉੱਤੋਂ ਉੱਤੋਂ ਉਹ ਸਾਰਿਆਂ ਨਾਲ ਗੱਲਾਂ ਕਰਨਗੇ, ਅੰਦਰੋਂ ਉਹ ਰੱਬ ਨਾਲ ਜੁੜੇ ਹੋਣਗੇ ਜੀ। ਬਸ ਆ ਇੱਕ ਪ੍ਰਮਾਣ ਸੁਣ ਲਓ, ਸਮਾਂ ਵੱਧ ਹੋ ਰਿਹਾ, ਮੈਂ ਮਾਫੀ ਮੰਗਣੀ ਹੈ। ਸੰਤ ਜਰਨੈਲ ਸਿੰਘ ਜੀ ਨੂੰ ਇੱਕ ਸਿੰਘ ਨੇ ਬੇਨਤੀ ਕੀਤੀ ਜੀ, ਕਹਿੰਦਾ ਜੀ ਅੱਜ ਕੱਲ੍ਹ ਤੇ ਤੁਹਾਡਾ ਨਿਤਨੇਮ ਘਟ ਗਿਆ ਹੋਏਗਾ। ਕਹਿੰਦੇ ਕਿਉਂ? ਕਹਿੰਦਾ ਜੰਗਾਂ ਯੁੱਧਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਕਹਿੰਦੇ ਸੁਣ, ਉਹ ਮਹਾਂਪੁਰਖਾਂ ਨੇ ਨਾ ਪ੍ਰਮਾਣ ਬਹੁਤ ਵਧੀਆ ਦਿੱਤਾ। ਕਹਿੰਦੇ ਆਮ ਬੰਦਾ ਸੰਸਾਰੀ ਜਦੋਂ ਪਾਠ ਕਰਦਾ ਹੈ, ਤੇ ਕਹਿੰਦੇ ਤੂੰ ਵੀ ਦੱਸ, ਜਦੋਂ ਤੂੰ ਪਾਠ ਕਰਦਾ ਹੈ ਤੇਰਾ ਮਨ ਸੰਸਾਰੀ ਗੱਲਾਂ ਨਹੀਂ ਕਰਦਾ? ਉਹ ਕਹਿੰਦਾ ਕਰਦਾ ਹੈ ਜੀ। ਹੁੰਦਾ ਕੀ ਹੈ? ਚੱਲਣ ਸੋਹਿਲਾ ਸਾਹਿਬ ਡਿਆ ਹੁੰਦਾ ਹੈ, ਪਰ ਬੰਦਾ ਸਵੇਰ ਦੇ ਪ੍ਰੋਗਰਾਮ ਵੀ ਬਣਾਉਣ ਡਿਆ ਹੁੰਦਾ ਹੈ ਜੀ। ਕਰਨ ਰਹਿਰਾਸ ਡਿਆ ਹੁੰਦਾ ਹੈ, ਅਗਲੇ ਪ੍ਰੋਗਰਾਮ ਬਣ ਰਹੇ ਹੁੰਦੇ ਹੈ ਜੀ। ਉਹ ਨਿੱਤ ਨੇ ਸਵੇਰੇ ਕਰਨ ਡਿਆ ਹੁੰਦਾ ਹੈ ਨਾ, ਨਾਲ ਪੁੱਛ ਵੀ ਲੈਂਦਾ ਕੀ ਬਣਾਇਆ ਹੈ, ਉਹ ਬੀਬੀ ਦੱਸ ਦਿੰਦੀ ਹੈ, ਛੇਤੀ ਛੇਤੀ ਕਰ ਕਹਿਣ ਲੱਗੇ ਮੈਂ ਆ ਗਿਆ ਪਾਠ ਕਰਕੇ। ਉੱਤੋਂ ਉੱਤੋਂ ਪਾਠ ਕਰਦਾ, ਅੰਦਰੋਂ ਮਨ ਗੱਲਾਂ ਕਰਦਾ ਜੀ। ਕਈ ਵਾਰੀ ਬਾਹਰੋਂ ਵੀ ਕਰਨ ਲੱਗ ਪੈਂਦਾ ਜੀ। ਕਹਿੰਦੇ ਜਿਵੇਂ ਤੁਸੀਂ ਉੱਤੋਂ ਪਾਠ ਕਰਦੇ ਹੋ, ਮਨੋਂ ਗੱਲਾਂ ਕਰਦੇ ਹੋ ਨਾ, ਮੈਂ ਉੱਤੋਂ ਗੱਲਾਂ ਕਰਦਾ, ਮਨੋਂ ਪਾਠ ਕਰਦਾ। ਕਹਿਣ ਲੱਗੇ ਉੱਤੋਂ ਉੱਤੋਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਨਾ, ਮਨ 'ਚ ਸਿਮਰਨ ਚੱਲਦਾ। ਕਹਿਣ ਲੱਗੇ ਮਹਾਰਾਜ ਕਹਿੰਦੇ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੀ ਸਾਬਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਉਹ ਸਿੱਖ ਕਹਿੰਦਾ ਮਹਾਰਾਜ ਮੈਨੂੰ ਮਾਫੀ ਦੇ ਦਿਓ, ਮੈਂ ਸ਼ੰਕਾ ਕਰ ਬੈਠਾ ਜੀ। ਸੋ ਮਹਾਰਾਜ ਗਰੀਬ ਨਵਾਜ਼ ਇਸ ਤਰੀਕੇ ਨਾਲ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਾ ਰਹੇ ਆ, ਬੜਾ ਪੱਕਾ ਕੰਮ ਕਰਾ ਰਹੇ ਆ, ਬਚਨ ਵੀ ਕਰ ਰਹੇ ਆ। ਭਾਈ ਇਹਨੇ ਹਜ਼ਾਰਾਂ ਸਾਲਾਂ ਤੱਕ ਰਹਿਣਾ, ਇਹਨੇ ਸਦਾ ਸਦਾ ਹੀ ਰਹਿਣਾ ਹੈ ਜੀ। ਸੋ ਹਰਿਮੰਦਰ ਸਾਹਿਬ ਅੱਜ ਵੀ ਸਦਾ ਸਦਾ ਹੀ ਅਹਿਸਾਸ ਹੈ ਜੀ। ਮਹਾਰਾਜ ਕਿਰਪਾ ਕਰਨ। ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੈਂ ਪਿੱਛੇ ਜੇ ਬੇਨਤੀ ਕੀਤੀ, ਮੈਂ ਇੱਕ ਗ੍ਰੰਥ ਪੜ੍ਹਿਆ ਸੀ, ਮਹਾਰਾਜ ਨੇ ਕਿਹਾ ਸੀ ਪਰਿਕਰਮਾ 'ਚ ਹੀਰੇ ਜੜੇ ਜਾਣਗੇ। ਤੇ ਸੱਚੀ ਗੱਲ 'ਚ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਹੀਰੇ ਜੜੇ ਗਏ ਨੇ ਜੀ। ਤੁਸੀਂ ਕਹੋਗੇ ਉਹ ਕਿਵੇਂ? ਪਿਆਰਿਓ, ਹੀਰੇ ਲਾਲ ਅਮੋਲ ਗੁਰਸਿੱਖ ਜਾਣੀਐ, ਭਾਈ ਗੁਰਦਾਸ ਜੀ ਲਿਖਦੇ। ਗੁਰਸਿੱਖ ਵੀ ਹੀਰੇ ਹੀ ਨੇ। ਕਿੰਨਿਆਂ ਨੇ ਸ਼ਹੀਦੀਆਂ ਪਾਈਆਂ ਨੇ ਪਰਿਕਰਮਾ ਦੇ ਵਿੱਚ, ਉਹ ਸਾਰੇ ਹੀਰੇ ਹੀ ਜੜੇ ਹੋਏ ਨੇ ਉੱਥੇ ਜੀ। ਬਾਬਾ ਦੀਪ ਸਿੰਘ ਜੀ ਹੀਰੇ ਜੜੇ ਕਿ ਨਹੀਂ ਜੜੇ ਜੀ ਉੱਥੇ ਜੀ ਪਰਿਕਰਮਾ 'ਚ? ਭਾਈ ਗੁਰਬਖਸ਼ ਸਿੰਘ ਜੀ ਜੜੇ ਕਿ ਨਹੀਂ ਜੜੇ ਜੀ? ਬਾਬਾ ਗੁਰਬਖਸ਼ ਸਿੰਘ ਜੀ। ਕਿੰਨੇ ਸਿੰਘ ਸ਼ਹੀਦ ਹੋਏ, ਉਹ ਗੁਰੂ ਰਾਮਦਾਸ ਜੀ ਦੀ ਪਰਿਕਰਮਾ 'ਚ ਹੀਰੇ ਹੀ ਜੜੇ ਹੋਏ ਨੇ ਸਾਰੇ ਜੀ। ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ। 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਖਿਮਾ ਮੰਗੀਏ। ਵਾਹਿਗੁਰੂ ਜਪ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ